ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਾਡੀ ਨਵਨੀਤ ਕੌਰ ਭੈਣ ਨੂੰ ਪਹਿਲਾਂ ਤਾਂ ਨਵਨੀਤ ਕੌਰ ਭੈਣ ਨੂੰ ਕੱਲ ਮਹਾਲੀ ਤੋਂ ਲੈ ਕੇ ਆਏ ਆ ਪਰਸੋਂ, ਤੇ ਤੁਸੀਂ ਸਾਰਿਆਂ ਨੇ ਦੇਖਿਆ ਸੀਗਾ ਉਸ ਟਾਈਮ ਭੈਣ ਦੇ ਕੀ ਹਾਲਾਤ ਸੀਗੇ। ਤੇ ਅੱਜ ਉਹੀ ਭੈਣ ਸਾਡੇ ਤੁਹਾਡੇ ਸਾਹਮਣੇ ਆ, ਪ੍ਰਸ਼ਾਦਾ ਛਕੀ ਜਾਂਦੇ ਨੇ ਬੈਠੇ। ਨਵਨੀਤ ਭੈਣ, ਸਤਿ ਸ੍ਰੀ ਅਕਾਲ। ਇੱਧਰ ਬੇਨੜੇ ਵਾਲੇ ਮਾਤਾ ਜੀ ਨੂੰ ਤੁਸੀਂ ਦੇਖਿਆ ਸੀ ਕਿਹੜੇ ਹਾਲਾਤ ਚ ਲੈ ਕੇ ਆਏ ਸੀਗੇ, ਮਾਤਾ ਬਲਜਿੰਦਰ ਕੌਰ ਜੀ ਨੂੰ। ਇਹ ਵੀ ਠੀਕ ਨੇ ਹੁਣ ਬਿਲਕੁਲ। ਇਸੇ ਤਰ੍ਹਾਂ ਹੀ ਰਾਜਪੁਰੇ ਤੋਂ ਭੈਣ ਨੂੰ ਸਾਡੀ ਨੂੰ ਬਿਮਲਾ ਵਰਮਾ ਨੂੰ ਲੈ ਕੇ ਆਏ ਸੀ, ਤੁਸੀਂ ਦੇਖ ਸਕਦੇ ਹੋ। ਇਸੇ ਤਰ੍ਹਾਂ ਹੀ ਰਾਣੀ ਸਾਡੇ ਭੈਣ ਮਾਤਾ ਜੀ ਜਿਨ੍ਹਾਂ ਦੇ ਬ੍ਰੈਸਟ ਦੇ ਵਿੱਚ ਕੀੜੇ ਪਏ ਹੋਏ ਸੀਗੇ, ਪੰਜ ਕਲਿਆਣਾ ਪਿੰਡ ਤੋਂ ਲੈ ਕੇ ਆਏ ਸੀ, ਬਠਿੰਡੇ ਤੋਂ। ਤੇ ਇਸੇ ਤਰ੍ਹਾਂ ਹੀ ਇਹਦੇ ਰਣਜੀਤ ਭੈਣ ਬੈਠੇ ਨੇ, ਜਿਹੜੇ ਘਰ ਦੇ ਵਿੱਚ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਸੀਗੇ, ਬੰਦ ਕਿਵੇਂ ਇਹ ਭੈਣ ਗੰਦਗੀ ਦੇ ਢੇਰ ਦੇ ਉੱਤੇ ਸੌਂਦੇ ਸੀਗੇ। ਤੇ ਵਾਹਿਗੁਰੂ ਦੀ ਮਿਹਰ ਦੇ ਨਾਲ, ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਡੀਆਂ ਇਹ ਮਾਤਾਵਾਂ ਤੇ ਭੈਣਾਂ ਠੀਕ ਹੋ ਰਹੇ ਨੇ। ਤੇ ਆ ਦੇਖੋ ਨਵਨੀਤ ਭੈਣ, ਉਸ ਦਿਨ ਅਸੀਂ ਰਸਤੇ ਚ ਆਉਂਦੇ ਸੀਗੇ, ਭੈਣ ਕਹਿੰਦੇ ਭੁੱਖ ਲੱਗੀ ਆ, ਅਸੀਂ ਰਸਤੇ 'ਚ ਉੱਥੇ ਰਾਜੇ ਢਾਬੇ ਤੇ ਖੜ ਕੇ ਪ੍ਰਸ਼ਾਦਾ ਛਕਿਆ। ਭੈਣ ਕਹਿੰਦੇ ਮੈਂ ਟਿੱਕੀਆਂ ਖਾਣੀਆਂ ਨੇ, ਟਿੱਕੀ ਖਾਧੀ, ਗੁਲਾਬ ਜਾਮਣਾ ਗਰਮ ਖਾਧੀਆਂ ਬੈਠ ਕੇ ਉੱਥੇ ਗੱਡੀ 'ਚ ਹੀ ਨਾ। ਤੇ ਏਦਾਂ ਹੀ ਸਾਡੀ ਖੁਸ਼ਬੂ ਭੈਣ ਆ, ਇਹ ਵੀ ਤੁਸੀਂ ਦੇਖਿਆ ਸੀ, ਅੰਮ੍ਰਿਤਸਰ ਤੋਂ ਭੈਣ ਮਿਲੇ ਸੀ, ਬਿਨਾਂ ਕੱਪੜਿਆਂ ਤੋਂ ਸੜਕ ਤੇ ਘੁੰਮਦੇ ਸੀ, ਬਹੁਤ ਮਾੜੀ ਹਾਲਤ ਚ। ਆ ਖੁਸ਼ਬੂ ਭੈਣ ਦੀ ਛੋਟੀ ਜਿਹੀ ਗੁੱਡੀ ਹੈ, ਇਹਨੂੰ ਵੀ ਨਾਲ ਪਾ ਕੇ ਰੱਖਦੀ ਹੈ ਭੈਣ। ਤੇ ਸਾਡੀ ਖੁਸ਼ਬੂ ਭੈਣ ਹੁਣ ਠੀਕ ਆ, ਪਰਿਵਾਰ ਵੀ ਲੱਭ ਗਿਆ ਇਹਦਾ। ਉਹਨਾਂ ਦੀਆਂ ਮਿੰਟਾਂ ਵਾਲੇ ਕਰਦੇ ਆ ਵੀ ਤੁਸੀਂ ਆ ਕੇ ਜਾਓ, ਮਿਲ ਕੇ ਜਾਓ, ਉਹ ਆਉਂਦੇ ਨੇਗੇ। ਸਭ ਤੋਂ ਵੱਡੀ ਜਾਣੀ ਕਿ ਖੁਸ਼ੀ ਦੀ ਗੱਲ ਆ ਸਾਡੀ ਨਵਨੀਤ ਭੈਣ ਦੀ, ਵੀ ਪਰਸੋਂ ਲੈ ਕੇ ਆਏ ਸੀ ਭੈਣ ਨੂੰ, ਤੇ ਅੱਜ ਭੈਣ ਨੂੰ ਕਾਫੀ ਫਰਕ ਆ। ਭੈਣੇ ਸਤਿ ਸ੍ਰੀ ਅਕਾਲ। ਨਵਨੀਤ ਭੈਣ ਠੀਕ ਠਾਕ ਹੋ? ਭੈਣੇ ਤੁਸੀਂ ਕਿੱਥੇ ਰਹਿੰਦੇ ਸੀਗੇ? ਮਹਾਲੀ 6 ਫੇਜ਼ ਚ, ਕੋਠੀ ਨੰਬਰ ਕਿੰਨਾ ਸੀ? ਹੈ 263 ਸੀਗਾ। ਭੈਣ ਤੁਸੀਂ ਬਾਹਰ ਕਿੱਥੇ ਗਏ ਸੀ ਯੂਰਪ ਚ? ਸਾਈਪ੍ਰਸ? ਉੱਥੇ ਕਿੰਨਾ ਟਾਈਮ ਰਹੇ ਸਾਈਪ੍ਰਸ ਭੈਣ? 1 ਸਾਲ ਹੋਇਆ। ਸਾਈਪ੍ਰਸ ਕਿੱਥੇ ਰਹਿੰਦੇ ਹੋ ਤੁਸੀਂ? ਸ਼ਹਿਰ ਚ ਕਿਹੜੀ ਜਗ੍ਹਾ ਤੇ, ਕਿਹੜਾ ਏਰੀਆ ਸੀਗਾ ਉਹ ਯਾਦ ਆ? ਠੀਕ ਹੈ, ਅੱਖਾਂ ਖੋਲੋ, ਅੱਖਾਂ ਬੰਦ ਕਰ ਲਿਆ। ਤੇ ਨਵਨੀਤ ਭੈਣੇ, ਤੁਹਾਡੀ ਬੇਟੀ ਕਿ ਬੇਟਾ ਵਾ ਤੁਹਾਡੇ? ਬੇਟੀ ਹੈ, ਕੀ ਨਾਮ ਉਹਦਾ ਭੈਣੇ? ਤਨਵੀ। ਕਿੰਨੇ ਸਾਲਾਂ ਦੀ ਹੋ ਗਈ ਹੈ ਤਨਵੀ? ਯਾਦ ਆ ਕਿਹੜੇ ਸਾਲ ਚ ਜਨਮ ਹੋਇਆ ਸੀ ਉਹਦਾ? ਭੈਣੇ ਕਿਹੜੇ ਸੰਨ ਚ ਜਨਮ ਹੋਇਆ ਸੀ ਨਵਨੀਤ ਦਾ? ਨਵਨੀਤ ਭੈਣੇ ਉਹਦਾ ਤਨਵੀ ਦਾ ਡੇਟ ਆਫ ਬਰਥ ਯਾਦ ਆ ਉਹਦੀ? ਹੈ ਭੈਣੇ ਡੇਟ ਆਫ ਬਰਥ ਯਾਦ ਆ ਉਹਦੀ ਤਨਵੀ ਦੀ? ਹੈ 3 ਅਕਤੂਬਰ। ਠੀਕ ਹੈ, ਤੁਹਾਡੀ ਡੇਟ ਆਫ ਬਰਥ ਕੀ ਹੈ? 23 ਅਗਸਤ ਸਨ 77 ਜਾਂ 78 ਹੈ। ਤੇ ਇਹ ਦੇਖੋ ਨਵਨੀਤ ਕੌਰ ਭੈਣ ਸਾਡੇ, ਨਵਨੀਤ ਕੌਰ ਖੰਡਪੁਰ, ਕੀ ਕਹਿੰਦੇ ਜੀ? ਨੇ ਕਿਹਾ ਹੈ ਵੈਸੇ ਖੰਡਪੁਰ। ਇਹਨਾਂ ਦੇ ਪਿਤਾ ਜੀ ਸਰਦਾਰ ਕੀ ਨਾਂ ਸੀ ਬਾਪੂ ਜੀ ਦਾ? ਸੁਰਿੰਦਰ ਸਿੰਘ ਖੰਡਪੁਰ। ਫੌਜ ਦੇ ਵਿੱਚ ਸੀਗੇ, ਜੌਬ ਕਰਦੇ। ਫੌਜ ਦੇ ਵਿੱਚ ਕਿਸ ਪੋਸਟ ਤੇ ਸੀਗੇ ਪਾਪਾ ਜੀ? ਅੰਕਲ ਕਰਨਲ ਸੀਗੇ। ਤੇ ਇੱਧਰ ਸਾਡੇ ਥੋੜਾ ਜਿਹਾ ਗੋਸ਼ਾ ਬਾਈ ਵੀ ਸਾਡਾ ਥੋੜਾ ਜਿਹਾ ਗਰਮ ਹੋਇਆ ਫਿਰਦਾ। ਗੋਸ਼ੇ ਬਾਈ ਸਤਿ ਸ੍ਰੀ ਅਕਾਲ। ਇਹ ਸਾਡੇ ਜੀ ਸੁਖਵੰਤ ਵੀਰ ਸਿੰਘ ਗੋਸ਼ਾ ਬਾਈ, ਸਾਡੇ ਪਰਿਵਾਰ ਦੇ ਮੈਂਬਰ। ਤੁਸੀਂ ਦੇਖਿਆ ਅਸੀਂ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਤੋਂ ਬਾਈ ਦੀ ਸੇਵਾ ਸਾਨੂੰ ਮਿਲੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਜਨਮ ਦਿਨ ਵਾਲੇ ਦਿਨ ਅਸੀਂ ਉੱਥੋਂ ਵੀਰ ਨੂੰ ਲੈ ਕੇ ਆਏ ਹਾਂ। ਹੁਣ ਅੱਖ ਦਾ ਵੀ ਬਾਈ ਦੇ ਟ੍ਰੀਟਮੈਂਟ ਚੱਲ ਰਿਹਾ, ਬਾਈ ਦਾ ਆਧਾਰ ਕਾਰਡ ਵੀ ਬਣਨਾ ਹੁਣ ਮਹਾਰਾਜ ਦੀ ਮਿਹਰ ਨਾਲ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਦੇਖੋ ਤੁਸੀਂ, ਇਹ ਉਹੀ ਸੁਖਵੰਤ ਵੀਰ ਸਿੰਘ ਗੋਸ਼ਾ ਬਾਈ ਆ ਜਿਹੜਾ ਨਿਊ ਆਜ਼ਾਦ ਨਗਰ ਗਲੀ ਨੰਬਰ 4 ਸੀਗੀ ਨਾ, 2 ਗਲੀ ਨੰਬਰ 2 ਚ ਬਾਈ ਰਹਿੰਦਾ। ਹੋਰ ਬਾਈ ਕਿਵੇਂ ਹੋ? ਠੀਕ ਹੋ?
ਕੁਝ ਕਹਿਣਾ ਚਾਹੁੰਦੇ ਸੰਗਤ ਨੂੰ? ਤੁਹਾਡੀ ਕਿਰਪਾ ਦੇ ਨਾਲ, ਮਹਾਰਾਜ ਦੀ ਕਿਰਪਾ ਨਾਲ ਮੈਨੂੰ ਬਹੁਤ ਕੁਝ ਮਿਲਿਆ। ਇੰਨਾ ਸਹਿਯੋਗ ਦੇਣ ਲਈ, ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਇੰਨਾ ਸਹਿਯੋਗ ਆਪਣੇ ਸਗਾ ਖੂਨ ਨਹੀਂ ਦਿੰਦੇ ਤੁਸੀਂ, ਆਪਣੇ ਤੋਂ ਵੱਧ ਕੇ ਇਹੋ ਜਿਹੇ ਨਿਮਾਣੇ ਬੰਦੇ ਨੂੰ ਇੱਜ਼ਤ ਮਾਣ ਦਿੱਤੀ। ਇੰਨਾ ਕੁਝ ਦੇਣ ਲਈ ਤੁਹਾਡਾ ਸਾਰਿਆਂ ਦਾ, ਤੁਹਾਡੀ ਟੀਮ ਦਾ, ਤੁਸੀਂ ਸੀਨੀਅਰ ਜੀ ਗੁਰਪ੍ਰੀਤ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਧੰਨਵਾਦ ਬਾਪੂ ਤੇਰਾ, ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿੱਤਾ। ਤੁਸੀਂ ਇੰਨੇ ਪੜ੍ਹੇ ਲਿਖੇ ਬੰਦੇ, ਕਿੰਨੇ ਪੜ੍ਹੇ ਹੋ ਬਾਪੂ ਤੁਸੀਂ? ਮੈਂ ਜੀ 11 ਜਮਾਤਾਂ ਪਾਸ ਕਰਕੇ ਹਾਂਜੀ ITI ਦਾ ਕੋਰਸ ਪਾਸ ਕੀਤਾ ਫਿਰੋਜ਼ਪੁਰ ਤੋਂ। ਫਿਰੋਜ਼ਪੁਰ ਤੋਂ ITI ਕੀਤੀ। ਅੱਖ ਦੀ ਵਜ੍ਹਾ ਕਰਕੇ ਗੌਰਮੈਂਟ ਨੇ ਨਾ ਤਾਂ ਮੈਨੂੰ ਨੌਕਰੀ ਦਿੱਤੀ, ਨਾ ਮੈਨੂੰ ਉਹਨਾਂ ਨੇ ਕੋਈ ਗੌਰਮੈਂਟ ਨੇ ਮਹਿੰਗਾਈ ਪਤਾ ਦਿੱਤਾ। ਠੀਕ ਹੈ ਬਾਪੂ, ਤੁਹਾਡੇ ਪਿਤਾ ਜੀ ਕੀ ਕਰਦੇ ਸੀ? ਉਹ ਪੁਲਿਸ ਵਿੱਚ ਥਾਣੇਦਾਰ ਸੀ। ਥਾਣੇਦਾਰ ਸੀ, ਸਰਦਾਰ ਕਰਤਾਰ ਸਿੰਘ, ਬੜਾ ਨਾਂ ਸੀ ਉਹਨਾਂ ਦਾ। ASI ਕਰਤਾਰ ਸਿੰਘ ਜੀ ਦਾ ਕਹਿੰਦੇ ਬੜਾ ਨਾਂ ਸੀ, ਥਾਣੇਦਾਰ ਕਰਤਾਰ ਸਿੰਘ ਦਾ। ਆਪਣੇ ਜ਼ਮਾਨੇ ਦੇ ਵਿੱਚ ਚੰਗੇ ਵਧੀਆ ਅਫਸਰ ਸੀਗੇ। ਉਹਨਾਂ ਦਾ ਬੇਟਾ, ਉਹਨਾਂ ਨੇ ਉਹਨੂੰ ਪਟਵਾਰੀ ਭਰਤੀ ਕਰਾਇਆ, ਫਿਰ ਉਹ ਕਾਨੂੰਗੋ ਬਣ ਕੇ ਰਿਟਾਇਰ ਹੋਇਆ। ਬਾਪੂ ਨੇ ਬੜੀਆਂ ਪ੍ਰਾਪਰਟੀਆਂ ਕਾਗਜ਼ ਸੀਗੀਆਂ ਉਹਨਾਂ ਕੋਲ, ਪਲਾਟ ਵਗੈਰਾ, ਪਰ ਉਹ ਵੱਡਾ ਭਰਾ ਬਾਈ ਦਾ ਸਾਰਾ ਕੁਝ ਉਹਨੇ ਆਪਣੇ ਨਾਂ ਕਰਾ ਲਿਆ। ਪਰ ਬਾਈ ਨੂੰ ਪੁੱਟੀ ਕੌੜੀ ਦਿੱਤੀ ਨਹੀਂ ਗਈ, ਨਾ ਇਹਦਾ ਇਲਾਜ ਕਰਾਇਆ, ਅੱਖ ਵੀ ਗਲ ਗਈ ਸਾਰੀ। ਤੇ ਫਿਰ ਉਹ ਕੂੜੇ ਦੇ ਢੇਰ ਦੇ ਉੱਤੇ ਬਾਈ ਪਿਛਲੇ 15-20 ਸਾਲਾਂ ਤੋਂ ਰਹਿੰਦਾ ਸੀ। ਦੇਖੋ ਕਿੱਡੀ ਦੁੱਖ ਦੀ ਗੱਲ ਆ ਵੀ ਅੱਜ ਭਰਾ ਦਾ ਵੈਰੀ ਹੋ ਗਿਆ। ਤੇ ਇਸੇ ਤਰ੍ਹਾਂ ਹੀ ਸਾਡੇ ਪਰਿਵਾਰ ਦੇ ਮੈਂਬਰ ਇੱਥੇ ਦਾਖਲ ਨੇ। ਇੱਧਰ ਸਾਡੇ ਸੰਦੀਪ ਨੂੰ ਖੰਘ ਹੋਈ ਆ, ਸੰਦੀਪ ਦਾ ਡੈਡੀ ਬੈਠਾ ਗੁਰਪ੍ਰੀਤ ਸਿੰਘ ਤੋਤੀ। ਇਹਨਾਂ ਨੂੰ ਤੁਸੀਂ ਦੇਖਿਆ ਸੀਗਾ ਕਿੱਦਾਂ ਅਸੀਂ ਸਰਹੰਦ ਤੋਂ ਲੈ ਕੇ ਆਏ ਸੀਗੇ, ਬਾੜੇ ਪਿੰਡ ਤੋਂ। ਇੱਧਰ ਜੋਰਾ ਬੈਠਾ ਸਾਡਾ, ਇੱਧਰ ਸਾਡੇ। ਸਤਿ ਸ੍ਰੀ ਅਕਾਲ ਬਾਈ, ਠੀਕ ਆ? ਕੀ ਹਾਲ ਨੇ ਬਾਈ? ਠੀਕ ਆ? ਨਾਭੇ ਤੋਂ ਬਾਈ ਨੂੰ ਲੈ ਕੇ ਆਏ ਸੀ, ਤੁਸੀਂ ਦੇਖਿਆ ਸੀ ਕਿਹੜੇ ਹਾਲਾਤ ਸੀਗਾ। ਹੁਣ ਬਾਈ ਠੀਕ ਆ। ਇੱਧਰ ਸਾਡਾ ਜੈ ਕਿਸ਼ਨ ਬੈਠਾ ਜੀ, ਇੱਕ ਬਾਂਹ ਤੇ ਦੋਨੇ ਲੱਤਾਂ ਵੱਡੀਆਂ ਗਈਆਂ, ਟ੍ਰੇਨ ਥੱਲੇ ਆ ਕੇ ਚੱਕ ਕੇ ਸਿਵਲ ਹਸਪਤਾਲ ਦਾਖਲ ਕਰਾਇਆ। ਸਿਵਲ ਵਾਲਿਆਂ ਨੇ ਪਟਿਆਲੇ ਰਜਿੰਦਰਾ ਹਸਪਤਾਲ 'ਚ ਭੇਜਤਾ, ਪਟਿਆਲੇ ਵਾਲਿਆਂ ਨੇ ਚੱਕ ਕੇ ਸੜਕ 'ਤੇ ਮਾਰਿਆ ਤੇ ਸੜਕ ਦੇ ਉੱਤੇ ਪਿਆ, ਉੱਥੇ ਤੜਫਦਾ ਰਿਹਾ। ਤੇ ਵਾਹਿਗੁਰੂ ਦੀ ਮਿਹਰ ਨਾਲ ਉਸ ਤੋਂ ਕੁਛ ਵੀਰਾਂ ਨੇ ਸਾਡੇ ਨਾਲ ਸੰਪਰਕ ਕੀਤਾ, ਫਿਰ ਹਸਪੀਟਲ ਦਾਖਲ ਕਰਾਇਆ, ਉੱਥੋਂ ਛੁੱਟੀ ਕਰਾ ਕੇ ਉਹ ਸਾਡੇ ਕੋਲ ਛੱਡ ਕੇ ਗਏ। ਇਹਦਾ ਬਾਪੂ ਪ੍ਰੀਤ ਸਿੰਘ ਜੀ ਬੈਠੇ ਨੇ, ਇਹਨਾਂ ਨੂੰ ਢੱਟਾਂ ਪਿੰਡ ਦੇ ਸੜਕ ਦੇ ਉੱਤੇ ਪੁਲ ਦੇ ਥੱਲੇ ਪਏ ਸੀ, ਬਹੁਤ ਮਾੜੀ ਹਾਲਤ, ਉੱਥੋਂ ਲੈ ਕੇ ਆਏ ਸੀਗੇ। ਹੁਣ ਬਾਪੂ ਠੀਕ ਆ। ਇੱਧਰ ਬਾਪੂ ਗੁਰਚਰਨ ਸਿੰਘ, ਜਸਵਿੰਦਰ ਸਿੰਘ, ਇਹ ਸੇਕੇ ਪਿੰਡ ਆ ਬਾਪੂ ਦਾ। ਟਿਕਰੀ ਬਾਰਡਰ ਤੋਂ ਬਾਪੂ ਦੀ ਸੇਵਾ ਮਿਲੀ ਸਾਨੂੰ। ਬਾਪੂ ਦੀ ਬਾਥਰੂਮ ਵਾਲੀ ਜਗ੍ਹਾ ਸਾਰੀ ਗਲ ਗਈ ਸੀ। ਹਾਂ ਬਾਪੂ ਪ੍ਰੀਤ ਬਾਬੇ ਦੱਸੋ। ਅੱਛਾ, ਕਿੰਨੇ ਕੁ? ਅੱਧੇ ਕਰ ਲਾਂਗੇ ਫਿਰ ਆਪਾਂ, ਅੱਧੇ ਕਰ ਲਈਏ। ਕੋਈ ਨਾ ਬਾਪੂ, ਚੱਲਾਂਗੇ ਫਿਰ ਲੈਣ, ਚੱਲਾਂਗੇ ਆਪਾਂ। ਤੇ ਇੱਧਰ ਹਰਿਆਣੇ ਤੋਂ ਆਇਆ ਹੈ ਵੀਰ, ਇਹ ਆਪਣੇ ਡੈਡੀ ਦੇ ਨਾਲ ਇੱਥੇ ਰਹਿ ਰਿਹਾ। ਹਰਿਆਣੇ ਜ਼ਿਲ੍ਹਾ ਕਿਹੜਾ ਜੀ? ਕਰਨਾਲ ਜ਼ਿਲ੍ਹਾ, ਪਿੰਡ ਰਾੜਾ, ਸੰਦ ਦੇ ਨਾਲ। ਤੇ ਹੁਣ ਵੀਰ ਬਹੁਤ ਫਰਕ ਆ ਪਹਿਲਾਂ ਨਾਲੋਂ, ਮਹਾਰਾਜ ਦੀ ਮਿਹਰ ਨਾਲ, ਤੁਹਾਡੀਆਂ ਦੁਆਵਾਂ ਨਾਲ। ਹੁਣ ਸੰਗਲ ਨਹੀਂ ਬੰਨਣਾ ਪੈਂਦਾ। ਗੌਰਵ ਠੀਕ ਹੈ? ਨਮਸਤੇ ਨਮਸਤੇ, ਹੱਥ ਮਿਲਾ ਲਾ ਗੌਰਵ, ਹੱਥ ਮਿਲਾ ਲਾ ਵੀ ਗੌਰਵ। ਕਿੱਦਾਂ ਗੌਰਵ? ਦੇਖੋ ਜੀ, ਇਹ ਗੌਰਵ ਨੇ ਦੰਦੀਆਂ ਵੱਢ ਕੇ ਹੱਥ ਖਾਧਾ ਪਿਆ ਸੀ ਪਹਿਲਾਂ ਆਪਦਾ, ਤੇ ਹੁਣ ਉਹ ਦਿਖਾ ਗੌਰਵ ਹੱਥ, ਉਹ ਵਾਲਾ ਹੱਥ ਦੇਖੋ, ਹੱਥ ਤੇ ਨਿਸ਼ਾਨ ਮਿਟ ਚੱਲਿਆ। ਹੁਣ ਥੋੜੇ ਦਿਨਾਂ ਦੇ ਵਿੱਚ ਹੀ ਨਿਸ਼ਾਨ ਹੀ ਮਿਟ ਗਿਆ। ਦੇਖੋ ਹੁਣ ਡੰਡੀਆਂ ਨਹੀਂ ਵੱਢ ਰਿਹਾ ਤੇ ਨਾ ਹੁਣ ਸੌਰਵ ਨੂੰ ਬੰਨਣਾ ਪੈਂਦਾ, ਗੌਰਵ ਨੂੰ। ਉਹਦਾ ਡੈਡੀ ਉਹਦੇ ਕੋਲੇ ਰਹਿੰਦੇ ਆ, ਦਵਾਈ ਚੱਲਦੀ ਆ, ਠੀਕ ਆ ਬਹੁਤ ਹੱਦ ਤੱਕ। ਹੌਲੀ ਹੌਲੀ ਪ੍ਰਮਾਤਮਾ ਦੀ ਮਿਹਰ ਨਾਲ ਗੌਰਵ ਆਪਣਾ ਜੀਵਨ ਜਿਉਣ ਯੋਗ ਹੋ ਜਾਵੇ। ਇੱਧਰ ਬਾਪੂ ਸੰਤ ਸਿੰਘ ਜੀ ਬੈਠੇ ਨੇ, ਜਿਨ੍ਹਾਂ ਨੂੰ ਅਸੀਂ ਅੰਮ੍ਰਿਤਸਰ ਤੋਂ ਲੈ ਕੇ ਆਏ ਸੀਗੇ। ਸਰਦਾਰ ਕਿਸ਼ਤ ਸਿੰਘ ਢਾਲੀਵਾਲ, ਸੋਨਾ ਬਾਈ, ਗੋਪਾਲ ਸਾਡਾ ਬਾਪੂ। ਰੱਬ ਬੈਠਾ ਖਿਚੜੀ ਖਾ ਰਿਹਾ। ਦੇਖੋ ਜੀ, ਰੱਬ ਖਿਚੜੀ ਖਾਂਦਾ, ਰੱਬ ਖਿਚੜੀ ਖਾਂਦਾ। ਦੇਖੋ ਜੀ, ਰੱਬ ਖਿਚੜੀ ਖਾਂਦਾ। ਹਾਂ ਬਾਪੂ, ਰੱਬ ਖਿਚੜੀ ਖਾਣ ਲੱਗਿਆ ਅੱਜ। ਰੇੜੂਆ ਵੀ ਦੇਵਾਂਗੇ, ਉਹ ਲਿਆਂਦਾ ਤਾਂ ਨਵਾਂ ਰੇੜੂਆ ਤੇਰੇ ਉਹਦੇ ਬੈੱਡ ਤੇ ਪਿਆ, ਨਵਾਂ ਦਾ ਰੇੜੂਆ ਲਿਆ ਕੇ ਦਿੱਤਾ ਬਾਪੂ ਰੱਬ ਨੇ। ਰੱਬ ਦਾ ਰੇੜੂਆ ਹੈ, ਰੱਬ ਖਿਚੜੀ ਖਾਂਦਾ ਜੀ। ਸ਼ੇਰ ਮਾੜਾ ਕਰੋ, ਦੇਖਿਓ ਸੰਗਤ ਦੇਖ ਲਵੇ ਰੱਬ ਨੂੰ ਵੀ। ਹੁਣ ਰੱਬ ਖਿਚੜੀ ਹੋਈ ਖਾਂਦਾ ਕੱਲੀ। ਰੱਬ ਨੇ ਪਹਿਲਾਂ ਮਠਿਆਈਆਂ ਗੁਲਾਬ ਜਾਮਣਾ ਖਾ ਕੇ ਖੰਘ ਕਰਾ ਲਈ, ਤੇ ਹੁਣ ਰੱਬ ਕੱਲੀ ਖਿਚੜੀ ਹੋਈ ਖਾਂਦਾ ਬਸ। ਕਿਉਂ ਬਾਪੂ? ਤੇ ਇਹ
ਮਾਤਾ ਬੇਨੜੇ ਵਾਲੇ ਦੇਖੋ ਬੈਠੇ ਇੰਡੀਪੈਂਡੈਂਟ ਹੋ ਗਏ, ਪ੍ਰਸ਼ਾਦਾ ਛਕਦੇ ਨੇ, ਤੁਰਦੇ ਨੇ, ਖੁੰਡੀ ਦੇ ਨਾਲ ਤੁਰ ਕੇ ਬਾਥਰੂਮ ਟਾਇਲਟ ਜਾਂਦੇ ਨੇ ਆਪ, ਹਨਾ। ਤੇ ਇਦਾਂ ਹੀ ਸਾਡੀ ਭੈਣ ਨਵਨੀਤ ਕੌਰ ਭੈਣੇ ਹੋਰ ਸਿਹਤ ਠੀਕ ਰਹਿੰਦੀ ਆ? ਇੱਥੇ ਭੈਣੇ ਕਿਹਨੇ ਮਾਰਿਆ ਸੀ ਉਦੋਂ? ਤੁਹਾਨੂੰ ਦੱਸਦੇ ਸੀ ਗਵਾਂਢੀ ਵੀ ਇੱਥੇ ਪਤਾ ਨਹੀਂ ਕੁਛ ਵੀ। ਕਰੀਬ 3-4 ਕਿਲੋ ਅੱਜ ਰਬੜ ਬੈਂਡ, ਲੀਰਾਂ, ਕੱਪੜੇ, ਚੈਨੀਆਂ, ਜੈਨ ਜਿਹੜੇ ਹੁੰਦੇ ਆ ਇੰਜਣ ਵਾਲੇ ਜੈਨ, ਹਨਾ, ਉਹ ਸਾਰੇ ਇਕੱਠੇ ਇਹਦੇ ਭੈਣ ਦੇ ਸਰੀਰ ਤੋਂ ਲਏ ਸੀ ਕੱਲ੍ਹ ਜਦੋਂ ਇਹਨੂੰ ਇਸ਼ਨਾਨ ਕਰਾਇਆ। ਇਹਦੇ ਕੱਪੜਿਆਂ ਦੀਆਂ ਜੇਬਾਂ ਦੇ ਵਿੱਚੋਂ ਸਾਰਾ ਕਰੀਬ 5 ਕਿਲੋ ਸਮਾਨ ਇਸ ਭੈਣ ਨੇ ਲੱਤਾਂ ਬਾਹਾਂ ਤੇ ਬੰਨਿਆ ਹੋਇਆ ਸੀ। ਹਜੇ ਵੀ ਇੱਕ ਰਿੰਗ ਆ ਭੈਣ ਦੇ ਆ ਪੈਰ ਦੇ ਵਿੱਚ ਆ, ਇਹ ਅਸੀਂ ਹਜੇ ਕਢਾਈ ਨਹੀਂ ਗਈ। ਡਾਕਟਰ ਕਹਿੰਦੇ ਇਹਦੇ ਲਈ ਇਹਨੂੰ ਐਡਮਿਟ ਹੋਣਾ ਪੈਣਾ 2 ਦਿਨਾਂ ਵਾਸਤੇ। ਇਹਦੇ ਵਿੱਚ ਨਾ ਇਹਨੇ ਰਿੰਗ ਪਾਈ ਹੋਈ ਸੀਗੀ, ਉਹ ਰਿੰਗ ਅੰਦਰ ਚਲੇ ਗਈ ਖੂਨ ਉਹਦੇ ਮਾਸ ਦੇ ਅੰਦਰ। ਭੈਣੇ ਤਾਂ ਨੂੰ ਚੱਕੋ ਮਾੜਾ ਜਿਹਾ, ਇੱਥੇ ਵੀ ਪੱਟੀ ਹੋਈ ਆ, ਹਨਾ, ਉੱਪਰ ਇਹਦੇ ਗਿੱਟਿਆਂ ਤੇ ਇਹਨੇ ਇੰਨੇ ਕੱਪੜੇ, ਲੀਰਾਂ ਬੰਨੀਆਂ ਹੋਈਆਂ ਸੀ, ਤਾਰਾਂ ਬੰਨੀਆਂ ਹੋਈਆਂ ਸੀ, ਉਹਨੇ ਜ਼ਖਮ ਕੀਤੇ ਪਏ ਆ। ਇੱਦਾਂ ਹੀ ਹੱਥਾਂ ਦੇ ਉੱਪਰ ਵੀ ਭੈਣ ਦੀਆਂ ਬਾਹਾਂ ਤੇ ਵੀ, ਹਨਾ। ਆਹ ਦੇਖੋ ਆਹ ਕਿੱਦਾਂ ਜ਼ਖਮ, ਆਹ ਦੇਖੋ ਗੁੱਟਾਂ ਦੇ ਉੱਪਰ, ਹਨਾ। ਇੱਦਾਂ ਭੈਣ ਨੇ ਇੰਨੀਆਂ ਲੀਰਾਂ, ਜੈਨ, ਕੱਪੜੇ ਗੰਦੇ, ਰਬੜ ਬੈਂਡ ਇੰਨੇ ਚੜਾਏ ਹੋਏ ਸੀਗੇ ਜਿਹਦੇ ਨਾਲ ਹੱਥਾਂ ਤੇ, ਪੈਰਾਂ ਦੇ ਗਿੱਟਿਆਂ ਤੇ, ਗੋਡਿਆਂ ਤੇ ਜ਼ਖਮ ਹੋਏ ਪਏ ਸੀ। ਜਿੰਨੀਆਂ ਚੀਜ਼ਾਂ ਲੱਭਦੀਆਂ ਸੀ ਜੇਬ 'ਚ ਪਾ ਲੈਂਦੇ ਸੀ ਭੈਣ, ਜੇ ਜੇਬ 'ਚ ਨਹੀਂ ਸੀ ਪੈਂਦੇ ਤਾਂ ਪਜਾਮੇ ਦੇ ਵਿੱਚ ਪਾ ਲੈਂਦੇ ਸੀ ਅੰਦਰ। ਸਾਰਾ ਪਜਾਮਾ ਮੂਹਰੀਆਂ ਥੱਲਿਓਂ ਬੰਨੀਆਂ ਹੋਈਆਂ ਸੀਗੀਆਂ ਤੇ ਸਾਰਾ ਪਜਾਮਾ ਭਰਿਆ ਹੋਇਆ ਸੀ ਉਹਦੇ ਵਿੱਚ ਸਮਾਨ ਪਾ ਕੇ। ਦੇਖੋ ਬੇਨੜੇ ਵਾਲੀ ਬੇਬੇ ਜਿਹੜੀ ਰੁੜਦੀ ਹੁੰਦੀ ਸੀਗੀ, ਅੱਜ ਉਹ ਬੇਬੇ ਤੁਰਦੀ ਆ। ਸਾਡੀ ਬੇਬੇ ਹੁਣ ਤੁਰ ਕੇ ਬਾਥਰੂਮ ਟਾਇਲਟ ਜਾਂਦੇ ਨੇ। ਬੇਬੇ ਬੇਨੜੇ ਵਾਲੀ ਬੇਬੇ ਬਲਵਿੰਦਰ ਕੁਰੇ, ਆ ਬੇਬੇ ਲਿਆਇਓ ਫੜ ਕੇ ਮਾੜਾ ਗੁੱਟ। ਬੇਬੇ ਬੇਨੜੇ ਵਾਲੀ ਕੁੜੇ, ਬਲਵਿੰਦਰ ਕੁਰੇ, ਬਿਮਲਾ ਭੈਣੇ ਫੜੇ ਮਾੜਾ ਬੇਬੇ। ਬੇਬੇ ਗੱਲ ਸੁਣੀ, ਜਿਹੜੇ ਭੈਣ ਉਹਨਾਂ ਨੂੰ ਲੈ ਕੇ ਆ ਰਹੇ ਆ, ਤੁਸੀਂ ਦੇਖੋ ਕਿੱਡੀ ਖੁਸ਼ੀ ਦੀ ਗੱਲ ਆ ਸਾਡੇ ਲਈ। ਉਹ ਰਾਹ ਦੱਸਦੇ। ਹਾਂ ਬੇਬੇ ਸਤਿ ਸ੍ਰੀ ਅਕਾਲ। ਬੇਬੇ ਬੋਲ ਪਾ ਭਾਈ। ਕੁੜੇ ਬਲਵਿੰਦਰ ਕੁੜੇ, ਤਕੜੀਆਂ ਭਾਈ। ਮੇਰੀ ਬੇਬੇ ਰੋਟੀ ਖਾਧੀ ਆ ਜਾ ਬੇਬੇ। ਹੁਣ ਤੂੰ ਤੁਰ ਪੈਂਦੀ ਆ ਬੇਬੇ, ਤੁਰ ਹੋ ਜਾਂਦਾ ਤੇ ਤੋਂ। ਹੁਣ ਅਸੀਂ ਐਕਸਰੇ ਵਗੈਰਾ ਕਰਾਇਆ, ਗੋਡੇ ਦੀ ਥੋੜੀ ਤਕਲੀਫ ਆ, ਹੌਲੀ ਮਹਾਰਾਜ ਮਿਹਰ ਕਰੇ ਉਹ ਵੀ ਅਸੀਂ ਚੈੱਕਅਪ ਕਰਾ ਕੇ ਗੋਡਾ ਜਿਹੜਾ ਬੇਬੇ ਦਾ ਹੈਗਾ ਲੈ ਭੈਣ ਗੋਡਾ ਵੀ ਠੀਕ ਹੋ ਜਾਵੇ ਹੌਲੀ ਬੇਬੇ ਦਾ। ਤੇ ਬੇਬੇ ਦਾ ਬੇਟਾ ਜਿਹੜਾ ਸੋਨਾ ਵਾ, ਉਹਦਾ ਵੀ ਹੁਣ ਗੋਡੇ ਦਾ ਗਿੱਟੇ ਦਾ ਆਪਰੇਸ਼ਨ ਹੋ ਗਿਆ। ਵੈਸੇ ਬਹੁਤ ਗਿਆਨ ਕਰੀ ਜਾਂਦਾ ਰਹਿੰਦਾ। ਆਪਣਾ ਦੇ ਕੁੰਡੀ ਬੇਬੇ ਵੀ ਮੈਂ ਜਾਣਾ, ਮੈਨੂੰ 2 ਦਿਨ ਜਾ ਆਉਣ ਦੋ ਨਾ। ਪਹਿਲਾਂ ਦੁਸਹਿਰੇ ਵਾਲੇ ਦਿਨ ਕਹਿੰਦਾ ਸੀ ਮਸਾ ਮਨਾਇਆ, ਹੁਣ ਆਇਆ ਫਿਰ ਜਾਣਾ। ਸੋਨੇ ਆ ਜਾ ਉਰੇ, ਓਏ ਆ ਜਾ ਯਾਰ, ਓਏ ਆ ਜਾ ਯਾਰ, ਓਏ ਆ ਜਾ, ਓਏ ਗੱਲ ਤਾਂ ਸੁਣ। ਇਹ ਗੁੱਸੇ 'ਚ ਬਹੁਤ, ਕਹਿੰਦਾ ਮੈਨੂੰ ਜਾਣ ਨਹੀਂ ਦਿੰਦੇ ਤੁਸੀਂ। ਤੇ ਬੇਬੇ ਸਾਡੀ ਬੇਬੇ ਸੋਨਾ ਕਹਿੰਦਾ ਮੈਂ ਘਰੇ ਜਾਣਾ, ਭੇਜ ਦਈਏ ਉਹਨੂੰ। ਹੈ ਬੇਬੇ ਸੋਨੇ ਨੂੰ ਭੇਜ ਦਈਏ। ਬੜਾ ਬਲਵਿੰਦਰ ਕੁਰੇ, ਸੋਨੇ ਨੂੰ ਭੇਜ ਦਈਏ ਘਰੇ। ਸਾਂਭ ਕੇ ਰੱਖ ਰਹੀ ਆ ਮਾਤਾ, ਸੋਨੇ ਨੂੰ ਘਰੇ ਭੇਜ ਦਈਏ। ਸੋਨੇ ਨੂੰ ਹੈ ਬੇਬੇ, ਸੋਨੇ ਨੂੰ ਘਰੇ ਭੇਜ ਦਈਏ। ਸੋਨੇ ਨੂੰ ਘਰੇ ਭੇਜ ਦਈਏ, ਭੇਜ ਦਈਏ, ਭੇਜ ਦਈਏ। ਬੇਬੇ ਦਾ ਵਿਚਾਰੀ ਦਾ ਪੂਰਾ ਦਿਮਾਗ ਨਹੀਂ ਕੰਮ ਕਰਦਾ, ਪਰ ਮੁੰਡੇ ਨੂੰ ਸਾਹਮਣੇ ਦੇਖ ਕੇ ਨਾ ਉਹਦੀਆਂ ਅੰਤਰਾਂ ਠੰਡੀਆਂ ਹੋ ਜਾਂਦੀਆਂ। ਇਹਦੀ ਬੇਟੀ ਨੂੰ ਵੀ ਅਸੀਂ ਫੋਨ ਕੀਤੇ, ਕਈ ਵਾਰੀ ਗੱਲ ਕੀਤੀ ਵੀ ਚਲੋ ਉਹੀ ਆ ਕੇ ਮਿਲ ਜਾਵੇ, ਹਨਾ। ਤੇ ਉਹ ਵੀ ਨਹੀਂ ਭੈਣ ਆਉਂਦੀ ਗੀ ਮਿਲਣ। ਇਹਦੀ ਬੇਟੀ ਨਾਲ ਗੱਲ ਹੋਈ ਸੀ ਭੈਣੇ ਦੀ? ਕੀ ਕਹਿੰਦੀ ਬੇਟੀ ਇਹਨਾਂ ਦੀ? ਆਉਂਗੀ ਕਹਿੰਦੀ ਸੀ। ਇਹਦੀ ਬੇਟੀ ਕਹਿੰਦੀ ਸੀ ਮੈਂ ਆਵਾਂਗੀ। ਸਾਡੀ ਭੈਣ ਨੇ ਬਿਮਲ ਵਰਮਾ ਭੈਣ ਨੇ ਗੱਲ ਸੁਣੀ ਹੈ ਸਾਰੀ। ਚਲੋ ਜੀ ਉਹ ਆ ਜਾਵੇ, ਥੋੜਾ ਜਿਹਾ ਸੋਨੇ ਨੂੰ
ਭੇਜ ਦਾਂਗੇ ਵੀ ਇਹ ਜਾਇਆ ਪਿੰਡ ਤੋਂ 4 ਦਿਨ ਲਾਇਆ ਹੋਊਗਾ। ਤੇ ਹੋਰ ਰਣਦੀਪ ਭੈਣ ਤੁਸੀਂ ਸੁਣਾਓ ਕੋਈ ਗੱਲਬਾਤ। ਜਦੋਂ ਤੁਸੀਂ ਕਾਲਜ ਪੜ੍ਹਦੇ ਸੀਗੇ ਕਿਹੜੀ ਯੂਨੀਵਰਸਿਟੀ ਤੋਂ ਤੁਸੀਂ ਪਾਸ ਕੀਤੀ ਆ? BA ਕੀਤੀ ਆ ਕਿ ਕੁਝ ਹੋਰ ਕੀਤਾ ਸੀ? BCom ਵਗੈਰਾ ਵੀ ਕੀਤੀ ਆ? MSc ਵਗੈਰਾ ਕੁਝ? BA ਕੀਤੀ ਆ। BA ਤੋਂ ਬਾਅਦ ਫਿਰ ਕੀ ਕੀਤਾ ਸੀ? ਉਸ ਤੋਂ ਬਾਅਦ BA ਤੋਂ ਬਾਅਦ ਤੁਸੀਂ ਜੌਬ ਕਿਹੜੀ ਕੰਪਨੀ 'ਚ ਕਰਦੇ ਸੀ? ਸੁਹਾਣਾ में ਕੰਪਨੀ ਦਾ ਕੀ ਨਾਮ ਸੀ? ਹੈ ਸਿਆਲ ਐਸੋਸੀਏਟ। ਉੱਥੇ ਕੀ ਤੁਹਾਡੀ ਜੌਬ ਸੀਗੀ ਭੈਣੇ? ਸਿਆਲ ਐਸੋਸੀਏਟ ਬਿਲਡਿੰਗ ਕੰਸਟਰਕਸ਼ਨ ਦਾ ਕੰਮ ਕਰਦੇ ਸੀ ਕੰਪਨੀ ਦਾ। ਉਹਦੇ 'ਚ ਤੁਹਾਡਾ ਕੀ ਕੰਮ ਹੁੰਦਾ ਸੀ? ਹੈ ਭੈਣੇ ਤੁਹਾਡੀ ਕੀ ਜੌਬ ਸੀ ਉੱਥੇ? ਫਰੰਟ ਤੇ ਮਤਲਬ ਫਰੰਟ ਤੇ ਕੀ ਕਰਦੇ ਤੁਸੀਂ? ਮਤਲਬ ਕਸਟਮਰ ਨੂੰ ਡੀਲ ਕਰਨਾ, ਜਿਹੜੇ ਉੱਥੇ ਮਤਲਬ ਇਨਵੈਸਟਰ ਆਉਂਦੇ ਸੀਗੇ ਉਹਨਾਂ ਨੂੰ ਡੀਲ ਕਰਦੇ ਸੀ ਹੈ। ਉਹਨਾਂ ਨੂੰ ਤੁਸੀਂ ਸੇਲ ਦਾ ਕੰਮ ਕਰਦੇ? ਸੇਲ ਦਾ ਹਾਂ ਹੈ ਟਾਈਪਿੰਗ ਦਾ। ਅੱਛਾ ਜਿਹੜੇ ਉਹਨਾਂ ਦੇ ਮੈਪ ਵਗੈਰਾ ਬਣਦੇ, ਨਕਸ਼ੇ ਵਗੈਰਾ ਹੋਰ ਸਾਰਾ, ਬਾਕੀ ਜਿਹੜਾ ਉਹਨਾਂ ਦਾ ਹਿਸਾਬ ਕਿਤਾਬ ਹੁੰਦਾ ਸੀ ਸਾਰਾ ਉਹ ਵੀ ਐਕਸਲ ਤੇ ਤੁਸੀਂ ਕਰਦੇ ਸੀ? ਐਕਸਲ ਤੇ ਕਰਦੇ ਸੀ ਕੰਮ? ਐਕਸਲ ਦਾ ਕੋਰਸ ਕੀਤਾ ਹੈ ਤੁਹਾਡਾ? ਕਿੱਥੇ ਕੀਤਾ ਸੀ ਐਕਸਲ ਦਾ ਕੋਰਸ? ਹੈ ਐਕਸਲ ਦਾ ਕੋਰਸ ਕਿੱਥੇ ਕਿਤੇ ਕੰਪਿਊਟਰ ਦਾ? ਕਿਹੜੇ ਇੰਸਟੀਚਿਊਟ ਤੋਂ ਕੀਤਾ ਸੀ? ਕਿਤੇ ਨਹੀਂ ਗਾ, ਯਾਦ ਨਹੀਂ ਗਾ। ਤੁਹਾਡੇ ਮੰਮੀ ਦਾ ਕੀ ਨਾਮ? ਗੁਰਬਚਨ ਕੌਰ। ਤੁਹਾਡੇ ਬ੍ਰਦਰ ਦਾ ਕੀ ਨਾਮ ਸੀਗਾ? ਹੈ ਪ੍ਰਿੰਸ। ਕੋਈ ਨਾ ਮੇਰੀ ਭੈਣ ਸਭ ਠੀਕ ਹੋ ਜਾਣਾ। ਨਵਨੀਤ ਕੌਰ ਭੈਣ ਬ੍ਰਦਰ ਦੀ ਡੈਥ ਤੋਂ ਬਾਅਦ ਜ਼ਿਆਦਾ ਸਟ੍ਰੈਸ ਦੇ ਵਿੱਚ ਚਲੇ ਗਏ। ਉਸ ਤੋਂ ਬਾਅਦ ਫਾਦਰ ਦੀ ਡੈਥ ਹੋ ਗਈ। ਫਿਰ ਉਸ ਤੋਂ ਬਾਅਦ ਅਸੀਂ ਗੱਲ ਜੀ ਤਾਂ ਫਿਰ ਫਾਦਰ ਦੀ ਡੈਥ ਤੋਂ ਬਾਅਦ ਕੁਛ ਹਾਲਾਤ ਜ਼ਿੰਦਗੀ ਦੇ ਵਿੱਚ ਚੰਗੇ ਨਹੀਂ ਰਹੇ, ਬਦਲਦੇ ਰਹੇ। ਤੇ ਇੱਧਰ ਸਾਡੀ ਕਿੱਧਰ ਗਈ ਆਰਤੀ? ਆਰਤੀ ਉਹ ਆਰਤੀ ਆਇਆ ਤੇਰੇ ਬਾਰੇ ਵੀ ਗੱਲ ਕਰੀਏ। ਆਰਤੀ ਆਇਆ ਭੱਜ ਕੇ। ਆਰਤੀ ਦੇ ਡੈਡੀ ਜੀ ਮੁੜ ਕੇ ਨਹੀਂ ਆਇਆ। ਆਰਤੀ ਦੇ ਡੈਡੀ ਨੂੰ ਗਏ ਨੂੰ ਹੋ ਗਏ ਨੇ 10-12 ਦਿਨ ਨਾ, 12 ਦਿਨ ਹੋ ਗਏ ਉਹਨੂੰ ਗਏ ਨੂੰ। ਇਕੱਲੀ ਬੱਚੀ ਇੱਥੇ ਛੱਡੀ ਹੋਈ ਆ। ਦੇਖੋ ਆਉਂਦਾ ਹੀ ਨਹੀਂ ਪਾਲਾ ਸਿੰਘ, ਜੋਗੀ ਪਾਲਾ ਸਿੰਘ ਨੂੰ ਅਸੀਂ। ਇਹਦੀਆਂ ਚੱਪਲਾਂ ਕਿੱਥੇ ਆ ਕਾਕਾ? ਕੱਪੜੇ ਲਾਏ ਗਿੱਲੀਆਂ ਸੀਗੀਆਂ। ਆ ਜਾ ਪੁੱਤ ਆਰਤੀ ਇੱਥੇ ਬਹਿ ਜਾ। ਆਰਤੀ ਅੱਛਾ ਬੈਠੀ ਆਪੇ ਬੈਠੇਗੀ ਤੂੰ। ਆਰਤੀ ਪਾਪਾ ਤੇਰਾ ਕਾਹਤੋਂ ਨਹੀਂ ਆਉਂਦਾ ਬਈ? ਉੱਧਰ ਗਿਆ ਉਹ ਇੱਥੇ ਹੀ ਮਾਰ ਕਾਕਾ ਪੁੱਛਾ ਦੇ ਸ਼ੁੱਧ ਹੈ। ਕੀ ਕਹਿੰਦਾ ਸੀਗਾ ਤੈਨੂੰ? ਕੀ ਕਹਿੰਦਾ ਸੀ? ਮੈਂ ਆਉਂਗਾ ਕਿ ਨਹੀਂ? ਇੱਕ ਨਹੀਂ ਹੈ ਕੀ ਕਹਿੰਦਾ ਸੀ ਤੈਨੂੰ? ਮੈਂ ਆਉਂਗਾ ਕਿ ਨਹੀਂ? ਕੀ ਕਹਿੰਦਾ? ਮੈਂ ਆਉਣਾ ਨਹੀਂ ਹੁਣ। ਕਾਹਤੋਂ ਹੈ? ਕਾਹਤੋਂ ਕਰਦਾ ਉਹ? ਜਾਣ ਲੱਗੇ ਆਪਾਂ ਨੂੰ ਕੀ ਕਹਿ ਕੇ ਆਈ? ਅੱਛਾ ਬੁਲਾ ਕਹਿੰਦਾ ਤੇਰੀ ਮੰਮੀ ਕਹਿੰਦੇ ਕਰ ਕੋਵਿਡ ਕਹਿੰਦੇ ਮੰਮੀ ਕਹਿੰਦੇ ਰੋਜ਼ ਨਹੀਂ ਤੇ ਡਾਈ ਲਾਣਾ ਕਹਿੰਦੇ ਕਾਲੀ ਸਾਹ ਕਰਤੀ। ਰੋਸ਼ਨੀ ਕਾਲੀ ਸ਼ਾਹ ਕਰਤੀ? ਕੀ ਕਰਤਾ ਰੋਸ਼ਨੀ ਉਹਨਾਂ ਨੇ? ਉਹਨੇ ਕਾਲੀ ਸਾਹ ਕਰਤੀ ਪੁੱਛਦਾ ਮੁੰਡਾ ਦੱਸਿਆ ਸੀ। ਕਿਹਨੇ ਦੱਸਿਆ ਜੀ? ਇਹ ਮਿਲੇ ਨੇ ਟਾਪੇ ਨਾਲ ਨਹੀਂ ਗੱਲ ਹੋਈ ਤੇਰੇ ਨਾਲ? ਕਰਦਾ ਨਹੀਂ ਮੈਂ ਗੁੱਸੇ ਤੋਂ ਉਹਨੇ ਆ ਜਾਂਦਾ ਹੈ? ਉਹਨੇ ਆ ਜਾਂਦਾ ਕੀ ਆ ਉਹ? ਗੱਪੀ ਆ। ਜਦੋਂ ਆਪਣੇ ਕੋਲ ਪਹਿਲੇ ਦਿਨ ਇੱਥੋਂ ਗਿਆ ਸੀ ਉਦੋਂ ਤਾਂ ਆਪਾਂ ਨੂੰ ਐ ਕਹਿੰਦਾ ਸੀ ਮੈਂ ਕੱਲ ਨੂੰ ਆ ਜਾਊਂਗਾ। ਆਪਾਂ ਨੂੰ ਕਹਿੰਦਾ ਸੀ ਹਨਾ, ਇਹ ਕਹਿੰਦਾ ਸੀ ਨਾ ਮੈਂ ਸ਼ਾਮ ਨੂੰ ਮੁੜਿਆ। ਪਹਿਲਾਂ ਤਾਂ ਕਹਿੰਦਾ ਸੀ, ਫਿਰ ਕਹਿੰਦਾ ਮੈਂ ਕੱਲ ਨੂੰ ਆ ਜਾਊਂਗਾ। ਉਦੋਂ ਆਪਣੀ ਟੈਲੀਫੋਨ ਤੇ ਗੱਲ ਹੋਈ ਸੀਗੀ। ਫਿਰ ਉਦੋਂ ਕੀ ਕਹਿੰਦਾ ਸੀ ਆਪਾਂ ਨੂੰ? ਕੀ ਕਹਿੰਦਾ ਸੀਗਾ? ਉਹਨੇ 5 ਦਿਨ ਆ ਜਾਂਦਾ।
ਪੰਚਾਇਤ ਚ ਕਹਿੰਦਾ ਭਰਾ ਨਾਲ ਰੌਲਾ ਪੈ ਗਿਆ ਕਿ ਹਿਸਾਬ ਕਰਦਾ ਮੈਂ ਨਾ ਕਦੇ ਚਾਹ ਬੈਠੀ ਦੀਏ ਮੈਂ ਕਹਿੰਦਾ ਜੀ ਪੰਚਾਇਤ ਬੈਠੀ ਹੈ ਨਾ ਬੜਾ ਖਰਾਬ ਆਇਆ ਝੂਠ ਮਾਰੀ ਜਾਂਦਾ ਨਾ ਆਪਾਂ ਰਿਸ਼ੀ ਨਾਲ ਗੱਲ ਕੀਤੀ ਸੀ ਉੱਥੇ ਕੋਈ ਪੰਚਾਇਤ ਹੈ ਹੀ ਨਹੀਂ ਸੀ ਅੱਦਾਂ ਤੂੰ ਕਰਦਾ ਹੈ ਹੁਣ ਤਾਂ ਕਹਿੰਦਾ ਤੇਰਾ ਦਾਦਾ ਲੈ ਗਿਆ ਤਾਂ ਬਣਾ ਕੇ ਹੀ ਕੌਣ ਕਹਿੰਦਾ ਜੋ ਵੀ ਜੋਗੀ ਕੌਣ ਨਹੀਂ ਨਹੀਂ ਤੂੰ ਪਾਪਾ ਕਹਿੰਦਾ ਜੋਗੀ ਨਹੀਂ ਕਹੀ ਜਾਂਦਾ ਕੌਣ ਕੀ ਕਹਿੰਦੇ ਨੇ ਪਾਪਾ ਕਹਿੰਦੇ ਨੇ ਕੀ ਕਹਿੰਦੇ ਨੇ ਡੈਡੀ ਹਾਂ ਪਾਪਾ ਲੱਕੀ ਗੱਪੀ ਦਾ ਉਹ ਪਹਿਲਾਂ ਕੀ ਕਹਿੰਦੇ ਹੁੰਦੇ ਸੀ ਪਾਪਾ ਕਹਿੰਦੇ ਤੁਸੀਂ ਪਾਪਾ ਵਾ ਨਾ ਜੋਈ ਪਾਲਾ ਜੋਈ ਪਾਪਾ ਦਾ ਪੁੱਤ ਪਾਪਾ ਜਾਣਾ ਗੱਪੀ ਆ ਮੈਨੂੰ ਜਿਹੜੀ ਇਹ ਇਦਾਂ ਰੋਂਦੀ ਰਹਿੰਦੀ ਸਵੇਰੇ ਵੀ ਅੱਜ ਰੋਈ ਜਾਂਦੀ ਸੀ ਮੈਂ ਇੱਥੇ ਪਕੜਾ ਸਾਹਮਣੇ ਜਦ ਦੇਖਿਆ ਮੈਂ ਇਹਦੇ ਵੱਲ ਝਾਕਿਆ ਤੇ ਬੈਠੀ ਰੋਈ ਜਾਂਦੀ ਸੀ ਇੱਥੇ ਹੁਣ ਛੋਟੀ ਜਿਹੀ ਬੱਚੀ ਹੈ ਮਾਂ ਪਿਓ ਤੋਂ ਤਾਂ ਦੂਰ ਰਹੀ ਨਹੀਂ ਕਦੇ ਹੈ ਨਾ ਚਾਹੇ ਮਾੜੇ ਆ ਚੰਗੇ ਆ ਝੁੱਗੀ 'ਚ ਰਹਿੰਦੇ ਆ ਚਾਹੇ ਜਿਵੇਂ ਮਰਜ਼ੀ ਹੈ ਪਰ ਮਾਂ ਪਿਓ ਤਾਂ ਮਾਂ ਪਿਓ ਹੀ ਆ 4 ਭੈਣ ਭਰਾ ਇਹ 4 ਭੈਣਾਂ ਸੀ ਪਹਿਲਾਂ ਹੁਣ ਇੱਕ ਭੈਣ ਹੋਰ ਹੋ ਗਈ ਰੌਸ਼ਨੀ ਜਿਹਦਾ ਨਾਂ ਲੈਂਦੀ ਹੈ 5 ਭੈਣਾਂ ਹੋ ਗਈਆਂ ਉਹ ਜੋਗੀ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਇਹਨੂੰ ਵਿਚਾਰੀ ਨੂੰ ਇੱਥੇ ਛੱਡ ਕੇ ਪਹਿਲਾਂ ਤਾਂ ਇਹਨੂੰ ਨਾਲ ਲੈ ਕੇ ਭੀਖ ਮੰਗਦਾ ਰਿਹਾ ਉੱਥੇ ਗਿੱਦੜ ਬਾਹੇ ਮਲੋਟ ਸਾਨੂੰ ਬੜੇ ਭੈਣਾਂ ਭਰਾਵਾਂ ਦੇ ਫੋਨ ਆਏ ਵੀ ਇਹਨੂੰ ਤਾਂ ਵਾਪਸ ਨਾ ਭੇਜਿਓ ਵੀ ਉਹ ਮੀਂਹ ਦੇ ਵਿੱਚ ਲਈ ਫਿਰਦਾ ਸੀ ਇਹਨੂੰ ਭੀਖ ਮੰਗੀ ਜਾਂਦਾ ਇਹਨੂੰ ਨਾਲ ਲੈ ਕੇ ਮੇਰੀ ਢੂਈ ਸਾਰੀ ਮੱਛੀ ਹੋਈ ਆ ਵੀ ਉਵੇਂ ਲੋਕਾਂ ਨੂੰ ਦਿਖਾ ਪੈਸੇ ਇਕੱਠੇ ਕਰੀ ਜਾਂਦਾ ਹੁਣ ਇੱਕ ਚੀਜ਼ ਜਦੋਂ ਇਲਾਜ ਲਈ ਸੱਦਿਆ ਸੀ ਅਸੀਂ ਕਿਹਾ ਵੀ ਅਸੀਂ ਭੇਜਣੀ ਨਹੀਂ ਜਦ ਤੱਕ ਇਹਦੀ ਪੱਟੀ ਬਣਾਉਣੀ ਕਰਦੀ ਤੇ 2-3 ਵਾਰੀ ਗਿਆ ਫਿਰ ਆਉਂਦਾ ਨਹੀਂ ਮੁੜ ਕੇ ਕਈ ਦਿਨ ਹੁਣ ਇੱਕ ਦੀ ਤਾਂ ਉਹਨੇ ਹੱਦ ਹੀ ਕਰਤੀ ਇੱਕ ਤਾਂ ਉਹਨੂੰ 12-13 ਦਿਨ ਹੋ ਗਏ 15 ਦਿਨ ਗਏ ਇਹਨੂੰ ਮੁੜ ਕੇ ਨਹੀਂ ਆਇਆ ਨਾ ਗੱਲ ਕਰਦਾ ਨਾ ਆਉਂਦਾ ਇਹ ਫਿਰ ਕਹਿੰਦੀ ਆ ਵੀ ਡੈਡੀ ਮੇਰਾ ਗੱਪੀ ਆ ਪਾਪਾ ਮੇਰਾ ਝੂਠ ਮਾਰਦਾ ਉਹ ਗੱਪੀ ਆ ਬਹੁਤ ਜ਼ਿਆਦਾ ਪਰ ਬੜੀ ਦੁੱਖ ਦੀ ਗੱਲ ਇਹ ਆ ਸਭ ਤੋਂ ਵੱਡੀ ਵੀ ਉਹ ਸਾਡੇ ਕੋਲ ਆਉਂਦਾ ਉਹਨੂੰ ਅਸੀਂ 2-4 ਹਜ਼ਾਰ ਰੁਪਈਆ ਦਿੰਦੇ ਆ ਵੀ ਚੱਲ ਕੋਈ ਗੱਲ ਨਹੀਂ ਤੂੰ ਬੱਚੀ ਦਾ ਇਲਾਜ ਕਰਾ ਲਾ ਹਰ ਵਾਰ ਉਹਨੇ ਆ ਕੇ ਕੋਈ ਨਾ ਕੋਈ ਨਵੀਂ ਆਪਣੀ ਪ੍ਰੋਬਲਮ ਦੱਸਣੀ ਆ ਵੀ ਮੈਂ ਉਹਦੇ ਪੈਸੇ ਦੇਣੇ ਆ ਮੈਂ ਉਹਦੇ ਦੇਣੇ ਆ ਉਹ ਤੰਗ ਕਰਦੇ ਆ ਹੁਣ ਅਸੀਂ 5000 ਰੁਪਏ ਪਿਛਲੇ ਮਹੀਨੇ ਦਿੱਤਾ ਸੀਗਾ 4-5 ਦਿਨ 7 ਦਿਨ ਰਿਹਾ ਇੱਥੇ 7-8 ਦਿਨਾਂ ਬਾਅਦ ਫਿਰ ਉਹੀ ਗੱਲਾਂ ਵੀ ਨਹੀਂ ਮੈਂ ਜਾਣਾ ਫਿਰ 2000 ਮੈਂ ਕਿਹਾ ਕੀ ਕਰਨ ਜਾਣਾ ਮੈਂ ਪਾਪੇ ਤੋਂ ਪੈਸੇ ਲੈ ਕੇ ਪਤਾ ਨਹੀਂ ਭਰਾ ਨੂੰ ਦੇਣੇ ਆ ਲੜਦਾ ਮੇਰੇ ਨਾਲ ਜੇ ਆ ਉਹ ਆ ਮੈਂ ਕਿਹਾ ਚੱਲ ਕਿੰਨੇ ਪੈਸੇ ਨੇ ਕਹਿੰਦਾ 2000 ਰੁਪਏ ਮੈਂ 2000 ਹੋਰ ਦੇਤਾ ਹੁਣ 2000 ਰੁਪਏ ਦੇ ਕੇ ਫਿਰ ਚਲਿਆ ਗਿਆ ਫਿਰ ਮੁੜ ਕੇ ਨਹੀਂ ਆਇਆ ਹੁਣ ਫਿਰ ਫੋਨ ਤੇ ਆਈ ਗੱਲਾਂ ਕਰੀ ਜਾਂਦਾ ਮੇਰੀ ਕਿਸ਼ਤਾਂ ਵਾਲੇ ਬੈਠੇ ਆ ਫਾਂਸ ਵਾਲੇ ਤੰਗ ਕਰਦੇ ਆ ਮੈਨੂੰ ਮੇਰਾ ਬਿੱਲ ਦੇਣ ਵਾਲਾ ਵਾ ਬਿਜਲੀ ਦਾ ਫਲਾਨਾ ਮਸਲਾ ਕੀ ਆ ਵੀ ਹੁਣ ਅਸੀਂ ਉਹਨੂੰ ਫਿਰ 5-4000 ਪਾ ਦਈਏ ਫਿਰ ਆ ਜਾਊਗਾ 5-4 ਦਿਨ ਫਿਰ ਲਾ ਜਾਊਗਾ ਉਹ ਸਾਡੇ ਤੇ ਸਕੀਮ ਪਾਈ ਜਾਂਦਾ ਵਾ ਇਹਦੀ ਪਾਲਣਾ ਪੋਸ਼ਣ ਉਹ ਆਪਣੀ ਬੱਚੀ ਦਾ ਟ੍ਰੀਟਮੈਂਟ ਕਰਾਉਣ ਦੀ ਬਜਾਏ ਅਸੀਂ ਇਹਦਾ ਇਲਾਜ ਕਰਾ ਰਹੇ ਹਾਂ ਮਹੀਨਾ ਪਹਿਲਾਂ ਦਾਖਲ ਰੱਖਿਆ ਹਸਪਤਾਲ ਸਾਰੇ ਗੱਤੇ ਹੋਏ ਹੁਣ ਫਿਰ ਸਾਰੇ ਦਾਖਲ ਰੱਖੀ ਆਈ ਆ ਇਹਦੇ ਹਾਲ ਬੱਤੀ ਹੁੰਦੀ ਆ ਇਲਾਜ ਹੋ ਰਿਹਾ ਸਿਹਤ ਤੁਸੀਂ ਦੇਖੋ ਕਿੰਨੀ ਵਧੀਆ ਹੋ ਗਈ ਇਦਾਂ ਨੇ ਆਈ ਤੋਂ ਲੈ ਕੇ ਜਿੰਨੇ ਗੱਤੇ ਪਰ ਉਹ ਬੰਦਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ ਉਹਦੇ ਵੀ ਪੈਸੇ ਮੰਗੀ ਜਾਂਦਾ ਭਾਜੀ ਕਰਨਗੇ ਜਾ ਕੇ ਉਹਨਾਂ ਪੈਸੇ ਹਨਾ? ਜ਼ਰੂਰੀ ਇਲਾਜ ਕਰੋ ਕੋਈ ਨਾ ਪੁੱਤ ਘਬਰਾਉਣਾ ਨਹੀਂ ਕਰ ਤੂੰ ਅਭੀ ਤੇ ਮੈਂ ਵੀ ਤੇਰਾ ਕੁਝ ਲੱਗ ਗਿਆ ਮੈਂ ਵੀਰਾ ਵੀ ਤੇਰਾ ਪਤਾ ਘਟਾਉਣੇ ਦਿੱਤੇ ਨਾ ਘਟਾਉਣੇ ਬੋਲਦੇ ਨੇ ਉੱਪਰ ਜਾਏਗੀ ਕੋਈ ਨਾ ਉੱਪਰ ਜਾਏਗੀ ਉੱਪਰ ਆ ਜੀ ਜਿਹੜੇ ਘਟਾਉਣੇ ਚਾਹੀਦੇ ਉਹ ਲੈ ਜੀ ਠੀਕ ਆ ਉੱਤੇ ਡੱਬਾ ਪਿਆ ਨਾ ਘਟਾਉਣੇ ਵਾਲਾ ਜਿਹੜੇ ਮਰਜ਼ੀ ਕੱਢ ਲੈ ਜੀ ਠੀਕ ਆ ਸਾਨੂੰ ਵੀ ਘਟਾਉਣੇ ਵੀ ਦੇ ਕੇ ਜਾਓ ਬੱਚਿਆਂ ਵਾਲੇ ਸਾਨੂੰ ਚਾਹੀਦੇ ਆ ਹਨਾ ਅੱਗੇ ਭੈਣ ਭਰਾ ਦੇ ਕੇ ਪੁਰਾਣੇ ਖਿਡੌਣੇ ਘਰਾਂ 'ਚ ਪਏ ਹੁੰਦੇ ਆਪਣੇ ਬੱਚੇ ਵੱਡੇ ਹੋ ਜਾਂਦੇ ਆ ਤੇ ਕਈ ਵਾਰੀ ਨਹੀਂ ਕੰਮ ਆਉਂਦੇ ਸਾਨੂੰ ਦੇ ਜਾਂਦੇ ਹੁਣ ਉਹ ਕਾਫੀ ਖਿਡੌਣੇ ਸੀ ਜਿਹੜੇ ਅਸੀਂ ਇਦਾਂ ਦੇ ਸਿਖਾਉਂਦੇ ਰਹਿੰਦੇ ਆ ਹੁਣ ਵੀ ਤੁਹਾਡੇ ਕੋਲੇ ਵੀ ਕੋਈ ਖਿਡੌਣੇ ਪਏ ਆ ਕੋਈ ਸਾਈਕਲ ਜਾਂ ਕੋਈ ਬੱਚਿਆਂ ਦੀ ਜਾਂ ਕੋਈ ਹੋਰ ਸਾਡੇ ਕੋਲੇ ਇਦਾਂ ਦੇ ਛੋਟੇ ਛੋਟੇ ਬੱਚੇ ਹੈਗੇ ਜਿਹਨਾਂ ਦੀ ਵਰਤੋਂ ਚੱਲ ਜਿੱਥੇ ਆਪਣੇ ਵੀ ਕੰਮ ਹੁੰਦੇ ਤੇ ਲੋਕਾਂ ਦੇ ਪੱਟੀ ਹੋ ਕੇ ਹਟੀ ਆ ਯਾਨੀ ਕਿ ਜਦੋਂ ਪੱਟੀ ਹੁੰਦੀ ਹੈ ਇਹਨਾਂ ਦੱਸਦੀ ਹੈ ਵਿਚਾਰੀ ਇਹਨੇ ਟੀਕਾ ਮਾਰਦੀ ਹੈ ਬੈਕ ਸਾਈਡ ਤੇ ਜ਼ਖਮ ਬਹੁਤ ਵੱਡਾ ਵਾ ਤੇ ਉਹਦੇ ਨਾਲ ਫਿਰ ਸਾਨੂੰ ਵੀ ਕਿੰਨੀਆਂ ਚੀਜ਼ਾਂ ਸੁਣ ਕੇ ਤਕਲੀਫ ਹੁੰਦੀ ਹੈ ਵੀ ਇਹ ਬੱਚੀ ਛੋਟੀ ਜਿਹੀ ਬੱਚੀ ਕਿੰਨੀ ਤਕਲੀਫ ਦੇ ਵਿੱਚ ਆ ਪਰ ਜੋ ਵੀ ਪਾਲਣਾ ਸੀ ਪਤਾ ਨਹੀਂ ਕਿਉਂ ਨਹੀਂ ਇਸ ਗੱਲ ਦੀ ਸਮਝ ਆ ਰਹੀ ਇੱਥੇ ਸਾਬਣ ਰੱਖ ਦਿਆ ਕਰੋ ਕਾਕੀ
ਤੇ ਹੁਣ ਪ੍ਰਸ਼ਾਦਾ ਛਕਣ ਲੱਗੇ ਹੋਏ ਨੇ ਸਾਡੇ ਜੀ ਮੈਂਬਰ, ਸਾਡੇ ਪਰਿਵਾਰ ਦੇ ਸਾਰੇ। ਸ਼ੁਰੂ ਹੋ ਗਿਆ ਜੀ ਪ੍ਰਸ਼ਾਦਾ। ਬਾਪੂ ਜੋਗਿੰਦਰ ਸਿੰਘ ਜੀ ਕਰਾਇਆ ਨਹੀਂ ਸ਼ੁਰੂ ਪ੍ਰਸ਼ਾਦਾ ਹਜੇ? ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਧੰਨਵਾਦ। ਬਾਪੂ ਤੁਹਾਡਾ ਵੱਡਿਆਂ ਦਾ ਸਰਦਾਰ ਜੋਗਿੰਦਰ ਸਿੰਘ ਜੀ ਮਾਡਲ ਟਾਊਨ ਤੋਂ ਤੁਸੀਂ ਦੇਖਿਆ ਸੀ ਕਿੱਦਾਂ ਅੱਜ ਬਾਪੂ ਜੀ ਸਾਡੇ ਸਾਨੂੰ ਆਸ਼ੀਰਵਾਦ ਦਿੰਦੇ ਨੇ। ਬਹੁਤ ਹੀ ਜ਼ਿਆਦਾ ਚੰਗੇ ਲੋਕ ਨੇ। ਅਜੇ ਐਪਰਨ ਵਗੈਰਾ ਬੰਨੇ ਜਾ ਰਹੇ ਨੇ, ਸਾਰਿਆਂ ਨੂੰ ਦਿਖਾਇਆ ਜਾ ਰਿਹਾ। ਸਤਿ ਸ੍ਰੀ ਅਕਾਲ ਸ਼ੁਕਲੇ ਬਾਈ, ਠੀਕ ਹੋ ਬਾਈ? ਬੋਲੇ ਸੋ ਨਿਹਾਲ। ਖੜਾ ਹੋ ਕੇ ਮੇਰਾ ਪਿਆਰਾ ਪੁੱਤ ਨਾ ਤੂੰ। ਇਹਨਾਂ ਦੇ ਵਿੱਚ ਰੱਬ ਵਸਦਾ ਜੀ। ਰੱਬ ਨਾ ਮੰਦਰਾਂ ਚ, ਨਾ ਮਸੀਤਾਂ ਚ, ਨਾ ਗਿਰਦਿਆਂ ਚ, ਨਾ ਗੁਰੂ ਘਰਾਂ ਦੇ ਵਿੱਚ। ਰੱਬ ਤਾਂ ਇਹਨਾਂ ਦੇ ਵਿੱਚ ਆ ਕੇ ਜੱਸੇ ਦਾ ਆ ਗਿਆ। ਆ ਦੇਖੋ ਜੱਸੇ ਦਾ ਚਿਹਰਾ ਜੀ। ਇਹਨਾਂ ਚਿਹਰਿਆਂ ਦੇ ਵਿੱਚ ਰੱਬ ਵਸਦਾ ਜਿੱਥੇ ਪੈਸੇ ਦੀ ਭੁੱਖ ਨਹੀਂ, ਪੈਸੇ ਦੀ ਹੋੜ ਨਹੀਂ। ਇੱਧਰ ਕੱਦੂ ਬਾਬੇ ਹੁਣੀ ਸਾਰੇ ਬੈਠੇ ਆ। ਇਹਨਾਂ ਦੇ ਵਿੱਚ ਵਸਦਾ ਰੱਬ। ਜਿਹੜੇ ਡੱਬੀ ਰੂਹਾਂ ਸਾਡੀਆਂ ਆ, ਸਾਡੇ ਪਿਆਰੇ ਆ ਦੇਖੋ ਬੱਚੇ ਦੇ ਮੰਮੀ ਡੈਡੀ ਦੋਨਾਂ ਨਹੀਂ ਲੈਂਦੇ। ਜਿਹੜੇ ਜਨਮਾਂ ਦਾ ਇੱਕ ਦੂਜੇ ਦਾ ਰਿਸ਼ਤਾ ਤੋਂ ਨਿਭਾ ਰਹੇ ਆ। ਉੱਥੇ ਬੈਠ ਕੇ ਹੁਣ ਪ੍ਰਸ਼ਾਦਾ ਛਕ ਮੇਰਾ ਪੁੱਤਾਂ ਤੂੰ ਬੜਾ ਸੋਹਣਾ ਪੁੱਤ ਨਾ। ਆ ਚੁੱਕੇ ਬਾਬੇ। ਕੀ ਹਾਲ ਨੇ ਮੇਰੇ ਵੀਰ ਦੇ? ਠੀਕ ਆ। ਇਹ ਬੰਦੇ ਦੇ ਸਿਰ ਤੇ ਉੱਠਦੇ ਆ ਭਾਈ। ਇਹ ਬੰਦੇ ਦੀ ਸੇਵਾ ਸ਼ੁਰੂ ਕਰਾਈਏ ਸਾਡੇ ਸ਼ੁਕਰੇ ਬਾਬੇ। ਮੱਥਾ ਟੇਕਦੇ ਆ ਬਾਪੂ ਜੀ, ਤੁਹਾਨੂੰ ਮੱਥਾ ਟੇਕਦੇ ਆ। ਨਹੀਂ ਤੁਹਾਡੀ ਜਗ੍ਹਾ ਵੱਡੀ ਹੈ। ਬਾਪੂ ਜੀ ਵੱਡੇ ਹੋ। ਜਗ੍ਹਾ ਵੱਡੀ ਹੈ ਤੁਹਾਡੀ ਜੀ। ਸਤਿ ਸ੍ਰੀ ਅਕਾਲ ਪੋਸਟਮੈਨ ਸਾਹਿਬ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵਜ਼ੀਰ ਬਾਪੂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂ ਵੀ ਹੋਰ ਜੀ ਕਿਵੇਂ ਬਾਈ? ਕਿਵੇਂ ਬਈ? ਅੰਸ਼ਪ੍ਰੀਤ ਸਿੰਘ ਜੀ ਹੁਣ ਹਾਂ ਬਾਪੂ ਕਿਵੇਂ ਆ? ਠੀਕ ਆ। ਹੁਣ ਧੱਕੇ ਨਾਲ ਰੋਟੀ ਤਾਂ ਨਹੀਂ ਖਵਾਉਂਦੇ? ਧੱਕੇ ਨਾਲ ਹੀ ਖਵਾਉਂਦੇ ਆ, ਹੋਰ ਕੀ ਕਰਦੇ ਆ। ਧੱਕੇ ਨਾਲ ਕਾਹਤੋਂ ਖਾਣਾ? ਤੂੰ ਆਪ ਹੀ ਖਾ ਲਿਆ ਕਰ। ਹਾਂ ਕਹਿ ਦਿਓ ਉਹ ਕਰੋ ਜੀ। ਕਹਿ ਦਿਓ ਵੀ ਆਪ ਖਾਓ। ਆਪ ਹੀ ਖਾ ਲਿਆ ਕਰੂ ਬਾਪੂ। 3 ਰੋਟੀਆਂ ਖਾ ਲਿਆ ਕਰੂ। 3 ਰੋਟੀਆਂ ਆਪੇ ਖਾ ਲਿਆ ਕਰੂ। 2 ਰੋਟੀਆਂ ਮੈਂ ਆਪ ਖਾਂਦਾ। ਅੱਗੇ ਇੱਥੇ ਵੀ 2 ਹੀ ਖਾਂਦਾ। ਚਲੋ ਫਿਰ ਹੁਣ ਤੂੰ 3 ਕਰ। ਮੈਂ 2 ਤੋਂ ਘੱਟ ਖਾਈਆਂ, ਉਹ 4 ਕਰ ਦੇਣੀ ਹੈ। ਬਸ ਠੀਕ ਆ। 3 ਰੋਟੀਆਂ 2 ਰੋਟੀਆਂ 2 ਰੋਟੀਆਂ 2 ਕੌਲੀਆਂ ਦਾਲ ਦੀਆਂ, 1 ਕੌਲੀ ਦਾਲ ਦੀ। ਐ ਨਾ ਕਰ ਯਾਰ ਬਾਪੂ। ਨਹੀਂ 1.5 ਪਾ ਲਾਂਗਾ। ਚੱਲ 1.5 ਪਾ ਰੁਪਏ। ਚੱਲ ਠੀਕ ਆ। ਕਹਿ ਰਿਹਾ ਬਾਈ ਤੇਰੀ ਕੋਈ ਜ਼ਿੰਮੇਵਾਰੀ ਨਹੀਂ। ਠੀਕ ਆ ਬਈ, ਤੇਰੀ ਫੁੱਲ ਜ਼ਿੰਮੇਵਾਰੀ ਹੈ। ਕੋਲੇ ਬੈਠ ਕੇ ਦੇਖਣਾ ਬਸ। ਬਾਪੂ ਖਾਊਗਾ ਆਪੇ। ਠੀਕ ਆ। ਦਹੀਂ ਦੇ 2 ਗਲਾਸ ਸਵੇਰੇ ਪਾਉਣੇ। ਤੇ ਅੰਸ਼ਪ੍ਰੀਤ ਦੀ ਗੱਲ ਕਰਦੇ ਸੀ ਜੀ। ਇਹਦਾ ਬੱਚੇ ਦਾ ਚੂੜਾ ਪਿਆ ਵਾ। ਤੇ ਜਦੋਂ ਚੂੜਾ ਪੈਣ, ਜਿਵੇਂ ਗੁਰਪ੍ਰੀਤ ਸਿੰਘ ਤੋਤੀ ਆ ਵੀਰ ਹਨਾ, ਉਹ ਵੀ ਇੱਥੇ ਹੋਣਾ। ਉਹ ਤਾਂ ਅੰਦਰ ਰਸਾ ਸੰਦੀਪ ਕੋਲੇ ਹਨਾ, ਉਹਦਾ ਵੀ ਚੂੜਾ ਪਿਆ ਵਾ। ਜਦੋਂ ਚੂੜਾ ਪਵਾਉਂਦੇ ਆ ਕਿਸੇ ਦਾ, ਮੰਨ ਲਓ ਆਪਾਂ ਚੂੜੇ ਦੀ ਬੜੀ ਵੱਡੀ ਸਮੱਸਿਆ ਬੰਦੇ ਦੀ, ਜਿਹਦੇ ਕਿਸੇ ਦਾ ਚੂੜਾ ਟੁੱਟ ਜਾਂਦਾ ਵਾ, ਤੇ ਉਹ ਸਟੀਲ ਦੀ ਇੱਕ ਉਹ ਪਾਉਂਦੇ ਨੇ ਪਾਰਟ ਇੱਥੇ ਬੈਕ ਸਾਈਡ ਤੇ ਹਨਾ, ਆ ਚੀਜ਼ ਪੂਰੀ ਖੋਲ ਕੇ। ਤਾਂ ਉਹਨੂੰ ਕਰੀਬ 6 ਮਹੀਨੇ ਤਾਂ ਲੱਗਦੇ ਆ ਵੀ ਉਹ ਚੂੜੇ ਦੇ ਉੱਪਰ ਦੁਬਾਰਾ ਆਪਣੀ ਸਕਿਨ ਆ ਜਿਹੜੀ, ਉਹ ਮਾਸ ਆ ਜਿਹੜਾ ਉਹਦੇ ਉੱਪਰ ਚੜ੍ਹਦਾ, ਹੌਲੀ ਹੌਲੀ ਉਹਨੂੰ ਪਕੜ ਬਣਦੀ ਆ, ਤਾਂ ਉਹ ਪੱਕਾ ਹੁੰਦਾ। 6 ਮਹੀਨੇ ਲੱਗਦੇ ਆ ਉਹਦੇ ਨਾਲ। ਫਿਰ ਕੁਝ ਇੱਥੇ ਫਿਜ਼ੀਓਥੈਰੇਪੀ ਵੀ ਕਰਾਉਣੇ, ਐਕਸਰਸਾਈਜ਼ਾਂ ਵੀ ਹੁੰਦੀਆਂ। ਜੇ ਲੱਤ ਕਈ ਵਾਰੀ ਛੋਟੀ ਹੋ ਜਾਂਦੀ ਕਿਸੇ ਦੀ, ਜਾਂ ਥੋੜ੍ਹੀ ਹੈ ਨਾ ਇੱਦਾਂ ਹੋ ਜਾਂਦਾ, ਤੇ ਉਹ ਚੀਜ਼ਾਂ ਨੂੰ ਠੀਕ ਕਰਨ ਦੇ ਲਈ ਤਾਂ ਸਾਡੇ ਕੋਲ ਜਦੋਂ ਇੱਦਾਂ ਦਾ ਕੋਈ ਪੇਸ਼ੈਂਟ ਆਉਂਦਾ ਚੂਲੇ ਵਾਲੇ, ਜਾਂ ਕੋਈ ਵੀ ਹੈ, ਚਾਹੇ ਜੀਤੇ ਵਰਗਾ ਵੀਰ ਆ, ਜਿਵੇਂ ਬਾਈ ਦੇ ਆ ਦੇਖੋ ਪੈਰ 'ਚ ਕੀੜੇ ਪਏ ਹੋਏ ਸੀਗੇ, ਇੱਧਰੋਂ ਹੱਥ 'ਚ ਕੀੜੇ ਪਏ ਹੋਏ ਸੀ, ਇਹਦੇ ਹੱਥ ਦੀ ਇੱਕ ਉਂਗਲੀ ਖਾ ਗਏ ਸੀ ਕੀੜੇ ਪੂਰੇ। ਜਦੋਂ ਬਾਈ ਨੂੰ ਲੈ ਕੇ ਆਏ ਸੀ, ਬਾਈ ਕਹਿੰਦਾ ਯਾਰ ਲੈ ਚੱਲੋ, ਬਸ ਜ਼ਿੰਦਗੀ ਉੱਥੇ ਹੀ ਕੱਢਾਂਗੇ, ਸੇਵਾ ਕਰਾਇਆ ਕਰਾਂਗੇ। ਤੇ ਹੁਣ ਜਦੋਂ ਥੋੜਾ ਜਿਹਾ ਸੈੱਟ ਹੋ ਜਾਂਦਾ ਬੰਦਾ, ਫਿਰ ਉਹਨੂੰ ਐ ਹੁੰਦਾ ਵੀ ਮੈਂ ਛੇਤੀ ਜਾਵਾਂ, ਮੈਂ ਨਿਕਲਾਂ ਇੱਥੋਂ ਕਿਸੇ ਤਰੀਕੇ, ਵੀ ਮੈਂ ਜਾ ਕੇ ਫਿਰ ਦੁਬਾਰਾ ਕੀੜੇ ਲੜਨ ਲੱਗ ਜਾਂਦੇ ਨੇ। ਤੇ ਹੁਣ ਹਾਂ ਤੂੰ ਕਿਹਾ ਸੀਗਾ ਹੁਣ ਨਿਕਲਦਾ। ਤੇ ਅੰਸ਼ਪ੍ਰੀਤ ਦਾ ਬੱਚਾ, ਚਲੋ ਇਹਦਾ ਜੀ ਨਹੀਂ ਲੱਗਦਾ ਘਰੇ ਹਨ, ਮੰਮੀ ਮਾਂ ਬਾਪਾ
ਤੇ ਉਹਨੇ ਕਹਿੰਦਾ ਮੈਂ ਜਾਣਾ ਛੇਤੀ। ਮੈਂ ਇਹਨੂੰ ਰੋਜ਼ ਸਮਝਾਉਂਦਾ ਰਹਿਣਾ ਵੀ ਕਾਕਾ ਹਜੇ ਰੁਕ ਜਾ, ਤੇਰਾ ਉੱਚੇ ਨੀਵੇਂ ਥਾਂ ਪੈਰ ਧਰਿਆ ਗਿਆ, ਕੋਈ ਟੋਏ 'ਚ ਪੈਰ ਪੈ ਗਿਆ ਜਾਂ ਤੂੰ ਡਿੱਗ ਪਿਆ ਸਲਿੱਪ ਹੋ ਕੇ ਘਰੇ, ਇੱਕ ਵਾਰੀ ਚੂਲਾ ਦੁਬਾਰਾ ਨਿਕਲ ਗਿਆ ਫਿਰ ਦੁਬਾਰਾ ਚੂਲਾ ਨਹੀਂ ਪੈਣਾ ਕਦੇ ਵੀ। ਇਦਾਂ ਹੀ ਗੁਰਪ੍ਰੀਤ ਤੋਤੀ ਆ, ਉਹ ਵੀ ਐਂ ਕਰ ਰਿਹਾ, ਕਾਹਲੀ ਕਰੀ ਜਾਂਦਾ ਮੈਂ ਜਾਣਾ ਮੈਨੂੰ ਛੇਤੀ ਭੇਜ ਦਿਓ। ਇਦਾਂ ਹੀ ਮਾਤਾ ਦਾ ਮੁੰਡਾ ਬੇਬੇ ਦਾ ਸੋਨਾ, ਉਹ ਵੀ ਵਾਰ-ਵਾਰ ਇੱਕੋ ਹੀ ਗੱਲ ਕਹੀ ਜਾਂਦਾ, ਉਹਦੇ ਲੱਤ ਦੇ ਵਿੱਚ ਰੋੜ ਪਈ ਹੈ, ਪੈਰ ਦਾ ਕਿੱਟਾ ਟੁੱਟਿਆ ਹੋਇਆ ਸੀ ਉਹਦਾ। ਉਹਨੇ ਕਿ ਕਈ ਹੁਣ ਬਾਪੂ ਦਾ ਵੀ ਚੂਲਾ ਪਵਾਇਆ ਵਾ, ਬਾਪੂ ਦਾ ਵੀ ਚੂਲਾ ਟੁੱਟਿਆ ਹੋਇਆ ਸੀਗਾ, ਪਰ ਤਾਂ ਬਾਪੂ ਨੇ ਨਹੀਂ ਇੱਕ ਵਾਰੀ ਵੀ ਕਿਹਾ ਮੈਂ ਜਾਣਾ, ਹਨਾ ਬਾਪੂ? ਕਿਉਂਕਿ ਅਸੀਂ ਪੁੱਤ ਆ ਬਾਪੂ ਦੇ। 24 ਦਿਨ ਗਏ, 24 ਦਿਨ ਤੋਂ ਬਾਅਦ ਹੀ ਗੱਲ ਕਰਨੀ। ਹਾਂ, ਉਸ ਤੋਂ ਬਾਅਦ ਹੀ ਗੱਲ ਕਰਾਂਗੇ। ਇੱਦਾਂ ਯਾਨੀ ਕਿ ਕਈ ਵਾਰੀ ਇੱਦਾਂ ਦੇ ਵੀ ਹਾਲਾਤ ਹੁੰਦੇ ਆ ਵੀ ਜਿਵੇਂ ਆਰਤੀ ਦੇ ਗੱਲ ਕਰਦੇ ਆ ਵੀ ਲੜ ਕੇ ਅਸੀਂ ਆਰਤੀ ਨੂੰ ਇੱਥੇ ਰੱਖਿਆ ਹੋਇਆ, ਉੱਦਾਂ ਹੀ ਕਈ ਪੇਸ਼ੈਂਟ ਆ ਸਾਡੇ ਕੋਲ ਇੱਦਾਂ ਦੇ ਜਿਹੜੇ ਸਾਡੇ ਨਾਲ ਲੜਦੇ ਵੀ ਅਸੀਂ ਜਾਣਾ ਛੇਤੀ ਭੇਜੋ, ਪਰ ਅਸੀਂ ਉਹਨਾਂ ਨੂੰ ਲੜ ਝਗੜ ਕੇ ਰੱਖਦੇ ਆ ਵੀ ਨਹੀਂ ਹਜੇ ਨਹੀਂ ਜਾਣ ਦੇਣਾ, ਹਜੇ 2 ਮਹੀਨੇ ਹੋਰ ਰਹਿ, 3 ਮਹੀਨੇ ਹੋਰ ਰਹਿ। ਤੇ ਬਾਕੀ ਉਹਦੇ ਰੰਗ ਆ ਜਿੰਨੇ ਪ੍ਰਸ਼ਾਦੇ ਪਾਣੀ ਇਨਸਾਨ ਦੇ ਲਿਖੇ ਦਾਲਾ ਪਾਣੀ ਉਹਨੇ ਬੰਦੇ ਨੇ ਛਕਣੇ ਸਾਰਿਆਂ ਨੇ। ਇਸੇ ਤਰ੍ਹਾਂ ਲੱਗੇ ਹੋਏ ਆ। ਬਾਪੂ ਜੀ ਹੁਣੀ ਬੈਠੇ ਨੇ, ਬਾਪੂ ਸਾਡੇ ਬਿਆਨ ਸਿੰਘ ਢਿੱਲੋਂ ਜੀ ਬੈਠੇ ਨੇ, ਸਰਜੀਤ ਸਿੰਘ ਰੈਕੋਟੀ, ਲੜਾਕਾ ਬਾਪੂ। ਦਿਨ ਕਿਵੇਂ ਸੁੱਕਾ ਨਿਕਲ ਗਿਆ ਅੱਜ? ਉਹ ਕਰਦਾ ਹੁਣ ਸਾਡਾ ਬਚਿੱਤਰ ਸਿੰਘ ਬਾਪੂ ਬੈਠਾ, ਜਿਹੜਾ ਕਿਸੇ ਟਾਈਮ ਬਾਪੂ ਇਕੱਲਾ ਹੀ ਐ ਸੀਗਾ ਵੀ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕੁਝ ਬੰਦਿਆਂ ਦੇ ਵਿੱਚ ਨਾਂ ਆਉਂਦਾ ਜਦੋਂ ਫੀਅਟ ਗੱਡੀ, ਜਿਹੜੀ ਫੀਅਟ ਸੀ ਅੰਬੈਸਡਰ ਗੱਡੀ ਰੱਖੀ ਸੀ ਬਾਪੂ ਕੋਲੇ 1972-72 ਦੀ ਗੱਲ ਆ। ਤੇ ਬਾਪੂ ਦੇ ਖਾਤਰ ਗਾਉਣ ਵਾਲੇ ਇਕੱਲੇ ਵਾਸਤੇ ਖਾੜਾ ਘਰੇ ਲਾ ਕੇ ਜਾਂਦੇ ਸੀਗੇ। ਔਰ ਫਿਰ ਬਾਪੂ ਨੇ ਵੀ ਐਂ ਵੀ 35-40 ਕਿੱਲੇ ਜ਼ਮੀਨ ਦੇ ਐਂ ਬੋਤਲ ਦੇ ਢੱਕਣ ਥਾਈ ਦੀ ਕੱਢਤੇ ਸਾਰੇ। ਅੱਜ ਬਾਪੂ ਬਚਿੱਤਰ ਸਿੰਘ ਉਹ ਬਾਪੂ ਦੀ ਥਾਲੀ ਭਾਈ ਆ ਗੁਲਕਾ ਲੋਕਾਂ ਨਾ ਆਗਰਤ ਤੇ ਦੱਸ ਕੀ ਕਹਿਣਾ ਖਾਜ ਹੁੰਦੀ ਹੈ। ਹਾਂ, ਅੱਛਾ ਹਟਾ ਦਿੰਦੇ ਆ ਪੁੱਤਰ, ਖਾਜ ਕਰਨਾ ਲਾ ਦਿੰਦੇ ਬਾਈ। ਬਹੁਤ ਜ਼ਿਆਦਾ ਜੀ ਲੱਗਦੀ ਹੈ ਜੀ ਭਾਈ ਜੀ, ਡਿਊਬ ਲੱਗਦੀ ਰੋਜ਼ ਦੇ ਬਹੁਤ ਜ਼ਿਆਦਾ ਹੈ ਇਹ ਖਾਲ। ਫੈਂਸੀਆਂ ਤਾਂ ਨਹੀਂ ਨਹੀਂ ਮਿੱਟੇ ਆਪਣਾ ਜਿੱਦੇ ਤੇ ਉਹ ਸ਼ਾਇਦ ਤਾਂ ਹੈ ਨਹੀਂ ਪੁੱਤ। ਫੰਕੇ ਹੋਈ ਸੀ, ਉਹ ਫਟ ਗਈ। ਬਾਪੀ ਖੁਰਚਦਾ ਰਹਿੰਦਾ 24 ਘੰਟੇ। ਜੇਕਰ ਦਿੱਤੇ ਆ ਤਾਂ ਪਤਾ पावर बैंक मंगाई के तो एप्पल की तार हाँ पावर बैंक ਇਹ ਤਾਂ ਪਰ एप्पल की तार ਬਸ ਇਹ ਬੇਨਤੀ ਵੀ ਸਾਡੇ ਹੁਣ ਉਹ ਮਾਤਾ ਜੀ ਨੂੰ ਪ੍ਰਸ਼ਾਦਾ ਛਕਟ ਸਕਦੇ ਉਧਰ ਵੀ ਕਿਹੜਾ पावर बैंक दे पाल वीरे पावर बैंक दे ठीक बंद होने वाला फोन जेब च पा दो पावर बैंक पा दो फटाफट ਅੰਦਾ ਨਹੀਂ ਉੱਥੇ ਵੀ ਤੂੰ ਪਾਉਂਦੀ ਹੁੰਦੀ ਸੀ ਭੈਣਾਂ ਨਹੀਂ ਮੈਨੂੰ ਫੋਨ ਦੇ ਤੂੰ ਉੱਥੇ ਤਾਂ ਰੋਟੀ ਜਾਂ ਪੂਰਾ ਨਾ ਬਣਾਈ ਦੀ ਘਰੇ। ਠੀਕ ਹੈ ਭੈਣ, ਠੀਕ ਆ ਠੀਕ ਹੈ ਭੈਣ, ਠੀਕ ਹੈ ਮੇਰੀ ਭੈਣ ਜਗਦੀਪ ਭੈਣੇ ਇੱਧਰ ਆ ਜਾਓ ਰੇ। ਆ ਤਾਂ ਚੱਪਲਾਂ ਬੜੀਆਂ ਸੋਹਣੀਆਂ ਭੈਣੇ, ਇਹ ਨੀਲੇ ਰੰਗ ਦੀਆਂ ਮੇਰੀ ਭੈਣ ਨੇ ਪਾਈਆਂ। ਪ੍ਰਸ਼ਾਦਾ ਛਕ ਲਿਆ ਭੈਣ ਨੇ? ਹਾਂਜੀ ਅੰਦਰ ਬੇਬੇ ਉਹਨਾਂ ਨੇ ਹੋਰਾਂ ਨੇ ਵੀ ਛਕ ਲਿਆ ਪ੍ਰਸ਼ਾਦਾ? ਹਾਂਜੀ ਸ਼ਾਬਾਸ਼। ਤੁਸੀਂ ਨਾਲ ਸੇਵਾ ਕਰਾਉਂਦੇ ਨੇ ਹੁਣ ਕੋਈ? ਹੁਣ ਥੋੜੀ ਥੋੜੀ ਮਾੜੀ ਮੋਟੀ ਮੈਨੂੰ ਦਵਾਈ ਦਿੰਦੇ ਆ। ਅੱਛਾ ਦਵਾਈ ਆ ਚੱਲਦੀ ਹੈ। ਸਿਰ ਦਾ ਤਾਂ ਚਿੱਟਾ ਹੈ ਵੈਸੇ। ਅੱਛਾ ਦਿਖਾ ਆਪਣਾ। ਅਰੇ ਬਾਪ ਇੱਕ ਦੁਖਦਾ ਰਹਿੰਦਾ ਤੇ ਉਹਦੇ ਨਾਲ ਮੈਨੂੰ ਤੁਰਿਆ ਨਹੀਂ ਆਉਂਦਾ। ਕੋਈ ਨਾ ਮੇਰੀ ਭੈਣ ਠੀਕ ਹੋਇਆ, ਮੇਰੀ ਭੈਣ ਦਾ ਸਿਰ ਦਾ ਆਪਾਂ ਕੋਈ ਨਹੀਂ ਹੁਣ ਤਾਂ ਠੀਕ ਹੈ ਜੀ, ਮੈਨੂੰ 2 ਦਿਨ 3 ਦਿਨ ਹੋ ਗਏ ਲੰਗੇ। ਠੀਕ ਹੋ ਜਾਣਾ। ਫਿਰ ਛੁੱਟੀ ਕਰਨੀ ਮੈਨੂੰ। ਇਹਨੂੰ ਪੂਰਨ ਪੈਣੇ ਨਾ ਪ੍ਰਸ਼ਾਦਾ ਜਦੋਂ ਤਿਆਰ ਕਰਦੇ ਉੱਥੇ ਬਣਾਉਂਦੇ ਹੁੰਦੇ ਪ੍ਰਸ਼ਾਦਾ ਨਾਲ ਲਗਾ ਲਿਆ ਕਰੋ ਥੋੜਾ ਜਿਹਾ। ਅੱਛਾ ਭੈਣ ਵੀ ਨਾਲ ਪ੍ਰਸ਼ਾਦਾ ਤਿਆਰ ਕਰਾ ਦਿਆ ਕਰੂਗੀ, ਠੀਕ ਹੈ ਭੈਣੇ? ਲੱਗ ਜਾ ਕਰੀ ਮੇਰੀ ਭੈਣ ਬਣ ਕੇ, ਠੀਕ ਆ? ਬਟ ਭਰਾ ਦੇ ਆਖੇ ਲੱਗ ਕੇ, ਠੀਕ ਆ? ਆ ਰੀਵਲ ਬੈਠਾ ਸਾਡਾ ਦੇਖੋ ਐਨ ਬੈਠਾ ਬੁੱਤਰਾ ਭੈਣ ਵਿਛਾ ਕੇ ਰੱਖਦੇ ਰੀਵਲ ਵਾਸਤੇ।
ਇਹਦਾ ਇੰਨਾ ਖਿਆਲ ਰੱਖਦੀ ਹੁਣ ਰੋਟੀ ਖਾ ਕੇ ਆਈ ਆ ਰੋਟੀ ਖਾ ਕੇ ਆ ਕੇ ਰੀਬਲ ਨੂੰ ਵੀ ਨਾਲ ਬਾਅਦ ਚ ਖਵਾਉਣੀ ਹੈ ਇਹਨੇ ਭੈਣ ਨੂੰ। ਪਹਿਲਾਂ ਸਾਡੇ ਮਾਤਾ ਹੁਣੀ ਕੁਝ ਇਤਰਾਜ਼ ਕਰਦੇ ਸੀ ਵੀ ਇਹ ਕੁੱਤੇ ਦੇ ਨਾਲ ਜ਼ਿਆਦਾ ਖੇਡਦੀ ਆ ਤਾਂ ਫਿਰ ਹੁਣ ਸਾਰੇ ਮੰਨ ਹੀ ਗਏ ਬੋਲੇ ਸੋ ਨਿਹਾਲ ਜਿਉਂਦੀ ਵਸਦੀ ਰਹਿ ਨੀ ਭਾਈ ਦੀ ਭਾਈ ਜੀ ਆਉਣਾ ਬੇਬੇ ਤੇਰੇ ਕੋਲ ਵੀ ਆਉਣਾ ਭਾਈ 2 ਮਿੰਟ ਰੁਕ ਜਾ ਬੇਬੇ ਆ ਗਿਆ ਰੋਟੀ ਨਹੀਂ ਖਾਣਾ ਦਿੰਦੀਆਂ ਹੁਣ ਇੱਕ ਦੇ ਕੇ ਕਾਨੀਆਂ ਨਹੀਂ ਹੁਣ ਤਾਂ ਲੋੜ ਹੈ ਨਹੀਂ ਹੁਣ ਹੈ ਨਹੀਂ ਬਹੁਤ ਨਹੀਂ ਹੈ ਨਹੀਂ ਪਰ ਸੈਨੀਟਾਈਜ਼ਰ ਪਿਆ ਹੈ ਤੇਰੀ ਹੱਥੇ ਪਾਉਣ ਵਾਲਾ ਸੈਨੀਟਾਈਜ਼ਰ ਦੇਣਾ ਪਰ ਉਹ ਹੈ ਨਹੀਂ ਬੱਚੇ ਕੋਲੇ ਰੱਬ ਨੇ ਇਹ ਤਾਂ ਬੇਬੇ ਨੇ ਸਾਡੀ ਨੇ ਆਪਾਂ ਇੱਥੇ ਸੁਪਨਿਆਂ ਦਾ ਘਰ ਵੱਡਾ ਬਣਾਉਣਾ ਬਿਲਡਿੰਗ ਪਾਉਣੀ ਆ ਉੱਤੇ ਲੈਂਟਰ ਲਾਉਣਾ ਵਾ ਤੇ ਸਿੱਧਾ ਰੱਖੋ ਸਿੱਧਾ ਤੇਰੇ ਹੱਥ ਲਾ ਬੇਬੇ ਇਹਦੀਆਂ ਗੱਲਾਂ ਨਾ ਕਰਿਆ ਕਰ ਤੂੰ ਜ਼ਿੰਦਗੀ ਪਈ ਹੈ ਮੇਰੀ ਛੱਟੀਆਂ ਬੇਬੇ ਨੇ ਉਹ ਛੱਟੀਆਂ ਨੇ ਬਹੁਤ ਗੱਲਾਂ ਦਾ ਛੱਟੀਆਂ ਨੇ ਟੂਟੀਆਂ ਪਈ ਕਹਿੰਦੇ ਪਰ ਮਾਂ ਮੈਂ ਨਹੀਂ ਕਹਿੰਦਾ ਟੁੱਟੀਆਂ ਮੈਂ ਪਰ ਤੂੰ ਹਜੇ ਹੋਰ ਜਿਆਦਾ ਹਜੇ ਆਪਾਂ ਹੋਰ ਜ਼ਿੰਦਗੀ ਜਿਉਣੀ ਆ ਕਿੰਨਾ ਕੁ ਚਿਰ ਹਜੇ ਰਹਿਣਾ? ਬਾਲ ਉਹਨਾਂ ਦਾ ਵਿਆਹ ਕਰਨਾ ਆਪਾਂ ਕਿੰਨਾ ਕੁ ਚਿਰ ਉਹ ਸੇਦੀ ਹੋ ਜੂ ਗਿਆ ਉਹਨਾਂ ਦਾ ਤਾਂ। ਬਸ ਤੂੰ ਕਾਇਮ ਹੋ ਜਾ ਬਸ ਤਕੜੀ ਰਹਿ ਤੂੰ ਬਸ ਇਹ ਨਾ ਸੋਚ ਵੀ ਮੈਂ ਚਲੀ ਜਾਣਾ ਮੈਂ ਉਹ ਕਰ ਦੇਣਾ ਇਹ ਨਹੀਂ ਸੋਚਣਾ ਫਿਰ ਕੀ ਰੱਬ ਨੂੰ ਕੀ ਕਹੋਗੇ ਰੱਬ ਨੂੰ ਅਸੀਂ ਇਹ ਕਹਾਂਗੇ ਵੀ ਸਾਡੀ ਬੇਬੇ ਨੂੰ ਹਜੇ ਥੋੜਾ ਟਾਈਮ ਦੇ ਦੇ ਸਾਨੂੰ ਬੇਬੇ ਦੀ ਲੋੜ ਆਇਆ ਕੱਟੇ ਕੇ ਅੱਖ ਲੱਗ ਗਈ ਆ ਲੈ ਜੇ ਆਇਆ ਲੱਗ ਜੇ ਫਿਰ ਤਾਂ ਬਹੁਤੇ ਵਧੀਆ ਅੱਛਾ ਆਪਾਂ ਰੱਬ ਨੂੰ ਇਹ ਵੀ ਕਹਿ ਦਈਏ ਵੀ ਸਾਡੀ ਬੇਬੇ ਨੂੰ ਤਕੜੀ ਕਰ ਦੇ ਹੈ ਬੇਬੇ ਨੂੰ ਤਕੜੀ ਹੋ ਗਈ ਬੇਬੇ ਆਪਣੀ ਦਰਸ਼ੀ ਤੂੰ ਵੀ ਜਾਣਾ ਮੈਂ ਉੱਥੇ ਰਾਜੂ ਕੋਲੇ ਉੱਥੇ ਜਾ ਕੇ ਆਈਏ ਆਪਾਂ ਹੁਣ ਆਪਣੇ ਉੱਥੇ ਕਿਹੜੇ ਪਿੰਡ ਉੱਥੇ ਰਾਮਪੁਰਾ ਫੂਲ ਰਾਮਪੁਰਾ ਮੰਡੀ ਆ ਅੱਛਾ ਰਾਮਪੁਰੇ ਮੰਡੀ 'ਚ ਰਾਮਪੁਰੇ ਮੰਡੀ 'ਚ ਕਿੱਥੇ ਘਰ ਸੀ ਤੇਰੇ ਸਹੁਰਿਆਂ ਦਾ ਪੁਰਾਣੀ ਰਾਧਾ ਸੁਆਮੀ ਕਲੋਨੀ 'ਚ ਕੋਈ ਨਾ ਫਿਰ ਆਪਾਂ ਚੱਲਾਂਗੇ ਪੁਰਾਣੀ ਰਾਧਾ ਸੁਆਮੀ ਕਲੋਨੀ ਠੀਕ ਹੈ ਜੀ? ਮੇਰੇ ਆਣੇ ਨੂੰ ਜਨ ਠੀਕ ਹੈ ਮਿਲਾ ਲਿਆ ਰਾਤ ਪਰੇ ਦਾ ਪਲਾ ਠੀਕ ਆ ਮਾਂ ਠੰਡ ਲੱਗਦੀ ਆ ਰਜਾਈਆਂ ਆ ਗਈਆਂ ਖੁੱਲ ਗਈਆਂ ਹੋਰੇ ਤਾਂ ਹੈ ਹੀ। ਹਾਂ ਭਾਈ ਚੰਡੀਗੜ੍ਹ ਵਾਲੀ ਬੇਬੇ ਸਤਿ ਸ੍ਰੀ ਅਕਾਲ ਮੇਰੀ ਮਾਂ ਤਕੜੀ ਨਾ ਮੈਨੂੰ ਨਾ ਚਲੋ ਚੰਡੀਗੜ੍ਹ ਛੱਡਿਓ ਚੱਲਾਂਗੇ ਚੰਡੀਗੜ੍ਹ ਨਾ ਰੋਟੀ ਨਹੀਂ ਚੱਜ ਨਾਲ ਦਿੰਦੇ ਜੀ ਕੋਈ ਨਾ ਮਾਂ ਕੁੱਟਾਂਗੇ ਇਹਨਾਂ ਨੂੰ ਮਾਰਾਂਗੇ ਨਾ ਇੱਕ ਰੋਟੀ ਦੇ ਕੇ ਕਹੂਗੀਆਂ 2 ਦਿੱਤੀਆਂ ਨੇ। ਕੋਈ ਨਾ ਭਰਾਵਾ ਕੋਈ ਜਿਹੜੀ ਖਾਂਦੀ ਆ ਉਹਨੂੰ ਨਹੀਂ ਪਤਾ ਹਾਂ ਕੋਈ ਨਾ ਭਰਾਵਾ ਕੋਈ ਨਾ ਮੈਂ ਕਰੂੰਗਾ ਉਹ ਬੁੜੀ ਦਾ ਢਿੱਡ ਭਰੀ ਜਾਂਦੇ ਹੋਰ ਮੈਂ ਗੱਲ ਕੁੱਟੂੰਗਾ ਮੈਂ ਇਹਨਾਂ ਦਾ ਮੇਰੀ ਮਾਂ ਨਾ ਏਦਾਂ ਕਰਦੀ ਹੈ ਤੇ ਬਾਈ ਹਾਂ ਉਹ ਜਿਹੜਾ ਉਹਨਾਂ ਲਿਆ ਹੋਇਆ ਹੈ ਮੋਟਰ ਕਾਰ ਚ ਪੂਰਾ ਨੇ ਕਿਤੇ ਬੇਈਮਾਨੀ ਤਾਂ ਨਹੀਂ ਕਰਦੇ ਨਹੀਂ ਕਰਦੀ ਮੇਰੀ ਮਾਂ ਨੂੰ ਮੈਂ ਧਿਆਨ ਰੱਖੂੰਗਾ ਨਹੀਂ ਬਾ ਤੂੰ ਕੋਲ ਰੱਖ ਆਪਣੇ ਠੀਕ ਹੈ ਮਾਂ ਮੈਂ ਆਪਦੇ ਕੋਲ ਰੱਖੂੰਗਾ ਠੀਕ ਹੈ ਹਾਂ ਭਾਈ ਕਿੱਦਾਂ ਨਮਸਤੇ ਹਾਂ ਠੀਕ ਹੈ ਤੂੰ ਸਤਿ ਸ਼੍ਰੀ ਅਕਾਲ ਜੀ ਇਹ ਕੌਣ ਦੇਖ ਕੇ ਗਿਆ ਤੈਨੂੰ ਮੈਂ ਖਾ ਲਾਂ ਮੈਂ ਖਾ ਲਾਂ ਕਿੱਥੇ ਕੋਈ ਨਾ ਦੇਖੋ ਨਾ ਇੰਨੀ ਨਾ ਕਰ ਸਵਾਦ ਆ ਖਾਣਾ ਮੂਡ ਕਰ ਰੱਖ ਲੈ ਮੁੰਡੇ ਨੂੰ ਗੱਲ ਕਰ ਲੂੰਗਾ ਪੁੱਛਦਾ ਨਾ ਸਵਾਦ ਅਭੀ ਸਾਰਾ ਖਾਣਾ ਪੁੱਛਾ ਆਪਾਂ ਜੀ ਪੂਰੇ ਓਏ ਲਾਲੋ ਤਕੜੀ ਆ
ਆ ਨੀਂਦ ਆਉਣ ਲੱਗ ਗਈ। ਕੋਈ ਨਾ ਮੈਂ ਇਹ ਠੀਕ ਕਰਾ ਦੇ। ਵਾਹਿਗੁਰੂ ਏਕ ਓੰਕਾਰ ਸਤਿਨਾਮ ਗੁਰੂ ਹਾਂ ਭਾਈ ਸੁੰਦਰਾ ਮੇਰੀ ਮਾਂ ਉੱਥੇ ਠੀਕ ਹੈ। ਮੈਂ ਮਾਂ ਨੂੰ ਮਿਲਣਾ ਆਪਦੀ ਨੂੰ, ਮੈਂ ਆਪਦੀ ਬੇਬੇ ਨੂੰ ਮਿਲਣਾ ਆ ਮੈਂ ਤਾਂ ਬੇਬੇ ਨੂੰ ਮਿਲਣਾ ਆ, ਮੈਂ ਤਾਂ ਬੇਬੇ ਨੂੰ ਮਿਲਣਾ ਆ, ਠੀਕ ਹੈ ਜਾਨਾ ਇੰਨਾ ਫਿਕਰ ਕਰਦੀ ਹੈ ਮੇਰਾ ਬੇਬੇ। ਕਹਿੰਦੀ ਰਾਤ ਨੂੰ ਘਰੇ ਲਿਆ ਕਰ ਜਵਾਕਾਂ ਕੋਲ ਜਾ ਕੇ, ਹਨੇਰੇ ਵਿੱਚ ਨਾ ਆਇਆ ਕਰ, ਘਰੇ ਜਾਇਆ ਕਰ ਆਉਂਦੇ ਟਾਈਮ ਨਾਲ ਪਹੁੰਚਿਆ ਕਰ ਘਰੇ। ਇਹਨੂੰ ਬੇਬੇ ਨੂੰ ਮੇਰਾ ਭੁਲੇਖਾ ਪੈਂਦਾ, ਮੈਨੂੰ ਫੁੰਮਣ ਸਿੰਘ ਕਹਿੰਦੀ ਹੈ ਬੇਬੇ, ਇਹਦਾ ਭਤੀਜਾ ਫੁੰਮਣ ਸਿੰਘ, ਉਹਦੀ ਸ਼ਕਲ ਮੇਰੇ ਨਾਲ ਮਿਲਦੀ ਹੈ। ਬੇਬੇ ਹਮੇਸ਼ਾ ਪਹਿਲੇ ਦਿਨ ਤੋਂ ਹੀ ਮੈਨੂੰ ਫੁੰਮਣ ਹੀ ਸਮਝਦੀ ਹੈ ਤੇ ਮੈਂ ਵੀ ਬੇਬੇ ਦਾ ਫੁੰਮਣ ਆ। ਫੁੰਮਣ ਹੋਰ ਭਾਈ ਆਰਾਮਦਾਰੀ ਤਕਰੀਬਨ ਬੇਬੇ ਉਹ ਠੀਕ ਆ ਮੁੰਡਾ, ਅੱਖਾਂ ਸਾਹਮਣੇ ਰਹਿੰਦਾ। ਉਹ ਮਹਾਰਾਜ ਨੇ ਦੁਆਰਾ ਨੂੰ ਅਕਲ ਦੇ ਦਿੱਤੀ ਹੈ, ਸੱਚੇ ਪਾਤਸ਼ਾਹ ਨੇ ਨਹੀਂ ਰਹੇ ਅਕਲ ਨੂੰ ਸਮਝਾਉਂਦੀ ਦਿਆ ਕਰਨ ਵੀ ਹੁਣ ਨਹੀਂ ਜਾਣਾ ਆਪਾਂ, ਜੇ ਜਾਵਾਂਗੇ ਤਾਂ ਇਕੱਠੇ ਚੱਲਾਂਗੇ। ਉਹਦਾ ਦਿਮਾਗ 'ਚ ਪਾ ਕੇ ਰੱਖੀਏ ਗੱਲ ਵੀ ਮੈਨੂੰ ਇਹ ਮੁੰਡੇ ਐ ਕਹਿੰਦੇ ਆ ਵੀ ਜਿੱਦਣ ਮੈਂ ਤੂੰ ਚਲਿਆ ਗਿਆ ਵੀ ਤੈਨੂੰ ਵੀ ਛੱਡ ਆਉਣਾ ਪੈਣਾ। ਕਹਿੰਦਾ ਤਾਂ ਨਾ ਮੈਨੂੰ ਕਿਹਾ ਬਾਈ ਜੀ ਨੇ ਹਾਂ ਬਈ ਜੇ ਤੂੰ ਜਾਣਾ ਆਪਣੀ ਮਾਂ ਨੂੰ ਵੀ ਨਾਲ ਲੈ ਜਾ। ਹਾਂ ਮੈਂ ਉਹਨੂੰ ਕਿਹਾ ਹੋਇਆ ਵਾ, ਤੁਸੀਂ ਵੀ ਇਹ ਕਹੋ ਵੀ ਮੈਨੂੰ ਉਹਨਾਂ ਨੇ ਇਹ ਕਿਹਾ ਹੋਇਆ ਵਾ ਵੀ ਜੇ ਤੂੰ ਜਾਣਾ ਤਾਂ ਮੈਨੂੰ ਵੀ ਨਾਲ ਲੈ ਚੱਲ, ਜੇ ਤੂੰ ਚਾਹੁੰਦਾ ਮੇਰੇ ਸਿਹਤ ਤਕੜੀ ਹੋ ਜਾਵੇ ਪੂਰਾ ਵੀ ਫਿਰ ਤੂੰ ਹੁਣ ਜਾਣ ਦੀਆਂ ਗੱਲਾਂ ਨਾ ਕਰ, ਇੱਥੇ ਰਹਿ, ਠੀਕ ਹੈ ਨਾ? ਹਾਂ ਠੀਕ ਹੈ। ਕਿੰਨਾ ਮਾਵਾਂ ਦੇ ਆਸ਼ੀਰਵਾਦ ਹੋਣਾ, ਬੇਬੇ ਦਾ ਲਾਂਭਾ ਦੇਖੋ ਕਿੱਡਾ ਵੱਡਾ ਮਿਲਣਾ। ਅਸੀਂ ਠੀਕ ਹੈ ਭਾਈ, ਤਕੜੀ ਹੈ ਤੂੰ ਜਿਉਂਦੀ ਕਰਦੀ ਹੈ ਬੇਬੇ। ਸਤਿ ਸ੍ਰੀ ਅਕਾਲ। ਕਿਉਂ ਕੀ ਨਹੀਂ ਮੰਨਦੇ? ਕਿੱਥੇ ਘਰ ਕੀ ਕਿਹਦੇ ਕੋਲ ਜਾਣਗੇ ਯਾਰ? ਇਹ ਆਪਣਾ ਘਰ ਨਹੀਂ। ਹਾਂ ਫਿਰ ਉਹ ਘਰ ਦੇ ਵਿੱਚ ਕੌਣ ਆ? ਇਕੱਲੇ ਕਿੱਦਾਂ ਇਹਨੂੰ ਸੰਭਾਲੇਂਗੀ? ਨਹੀਂ ਮਾਂ ਕਿੰਨਾ ਸੰਭਾਲ ਹੋਇਆ, ਕਿੰਨੇ ਮਾੜੀ ਹਾਲਤ ਹੋ ਗਈ ਸੀ ਵਿਚਾਰੀ ਦੀ, ਤੇਰੀ ਵੀ ਇਹਦੀ ਵੀ। ਫਿਰ ਹੁਣ ਨਹੀਂ ਪੁੱਛਣਗੇ ਫਿਰ? ਪਰ ਮਹੱਲੇ ਵਾਲੇ ਤਾਂ ਇੰਨੀ ਮਦਦ ਕਰਦੇ ਸੀ ਨਾ, ਮੈਨੂੰ ਦੱਸਿਆ ਸੀ ਵਿਚਾਰਿਆਂ ਨੇ। ਨਹੀਂ ਮਾਂ ਉਹਨੂੰ ਲੱਗ ਲੈਣ ਲਈ ਨਾ ਆਪਾਂ ਕਰਾਂਗੇ ਕੋਈ ਨਾ ਕੋਈ ਕੋਸ਼ਿਸ਼। ਮੈਨੂੰ ਇੱਕ ਇਹੀ ਆ ਵੀ ਇਹ ਭੈਣ ਪਰ ਹਜੇ ਨਾ ਕਰੋਨਾ ਦੀ ਬਿਮਾਰੀ ਚੱਲਦੀ ਕਰਕੇ ਪ੍ਰਾਪਰਟੀਆਂ ਵਗੈਰਾ ਖਰੀਦ ਨਹੀਂ। ਹਾਂ ਪ੍ਰਾਪਰਟੀਆਂ ਮਾਂ ਕੋਈ ਖਰੀਦ ਹੀ ਨਹੀਂ ਰਿਹਾ। ਕਿਹੜੇ ਜਿਹੜੇ ਤੁਹਾਨੂੰ ਭੇਜਦਾ ਤੁਹਾਡਾ ਭਤੀਜਾ, ਕਿੱਥੋਂ ਮਿਲਦਾ ਵਿਆਜ ਤੁਹਾਡਾ? ਰੋਹਤਕ ਤੋਂ। ਅੱਛਾ ਇੱਥੇ ਕਿੱਥੇ ਆਉਂਦਾ? ਉਹ ਮਤਲਬ ਡਾਕਖਾਨੇ 'ਚ ਉੱਥੇ ਜਾਣਾ ਤੁਸੀਂ? ਉੱਥੋਂ ਲੈਂਦੀ ਸਾਂ, ਫਿਰ ਹੁਣ ਇੱਕ ਜਦੋਂ ਬੰਦ ਹੋ ਗਿਆ ਬੈਂਕ ਤੇ ਤਾਂ ਇੱਥੇ ਆ ਗਈ ਤੇ ਉਧਰ ਇਹ ਸਰਦਾਰ ਮੇਰਾ ਕਿਹੜਾ ਸਰਦਾਰ? ਜਿਹੜਾ ਤੁਹਾਨੂੰ ਦੱਸਿਆ ਉਹ ਕਰਿਆਨੇ ਦੀ ਦੁਕਾਨ ਵਾਲਾ, ਉਹਦੇ ਕੋਲ ਜਾ ਕੇ ਆਉਣਾ ਤੁਸੀਂ? ਉਹਦੇ ਕੋਲੇ ਭੇਜਾਂ ਮੈਂ ਤੁਹਾਨੂੰ? ਭੇਜ ਦਿਓ। ਚਲੋ ਭੇਜਦਾ ਇੱਕ ਦਿਨ ਤੁਸੀਂ। ਮੈਂ ਚੱਲੀ ਤਾਂ ਜਾਵਾਂਗੀ ਆਵਾਂਗੀ ਕਿਤੇ। ਨਹੀਂ ਤੁਹਾਨੂੰ ਆਟੋ ਦੇ ਵਿੱਚ ਭੇਜ ਦਾਂਗੇ, ਆਟੋ ਰਿਕਸ਼ੇ 'ਚ, ਉਹਦੇ 'ਚ ਹੀ ਵਾਪਸ ਆ ਜਾਓ ਮੁੜ ਕੇ। ਅੱਛਾ ਗੱਲ ਕਰਕੇ ਠੀਕ ਆ? ਤੇ ਰੁਕੇਗਾ ਆਟੋ ਵਾਲਾ ਰੁਕ ਜਾਏ, ਆਪਣਾ ਆਟੋ ਭੇਜਾਂਗੇ ਆਪਾਂ, ਆਪਣਾ ਆਟੋ ਭੇਜਾਂਗੇ। ਠੀਕ ਆ? ਠੀਕ ਤਾਂ ਹੈ
ਦੇਖ ਕੇ ਕੀ ਕਰੋਗੇ ਜੇ ਗਾੜੀ ਨਾ ਬਣੇਗਾ ਤਾਂ ਨਹੀਂ ਤੁਸੀਂ ਜਿਹੜਾ ਪੈਸਿਆਂ ਦੀ ਗੱਲ ਕਰਦੇ ਤੁਸੀਂ ਉਹਨੂੰ ਮਿਲਿਆਓ ਪਹਿਲਾਂ ਜਾ ਕੇ ਨਾ, ਉਹ ਟੈਨਸ਼ਨ ਤਾਂ ਲਾਹੋ ਇੱਕ ਵਾਰ, ਨਾਲੇ ਘਰ ਕੋਲੇ ਗੇੜਾ ਕੱਢਿਆ ਆਇਓ ਇੱਕ ਵਾਰ, ਦੇਖ ਆਇਓ ਘਰ। ਘਰ ਨੂੰ ਕੀ ਵੇਖਣ ਦਾ ਘਰ ਟੁੱਟਾ ਪਿਆ ਕੋਈ ਨਾ ਫਿਰ ਆਪਾਂ ਗੇੜਾ ਤਾਂ ਕੱਢ ਕੇ ਆਵਾਂਗੇ ਨਾ, ਠੀਕ ਹੈ ਨਾ ਆਸ਼ੂ ਤੂੰ ਕੀ ਚਾਹੁੰਦੀ ਹੈ, ਤੂੰ ਜਾਣਾ ਮੰਮੀ ਦੇ ਨਾਲ, ਕਿੱਥੇ ਰਹਿਣਾ, ਕੀ ਕਹਿਣਾ ਆਸ਼ੂ ਦੱਸ ਮੇਰੀ ਭੈਣ, ਰਹਿਣਾ ਇੱਥੇ ਰਹਿਣਾ? ਆਸ਼ੂ ਦੇਖ ਲੈ ਕਹਿੰਦੀ ਮੇਰੇ ਕੋਲ ਰਹਿਣਾ। ਉਹ ਤਾਂ ਮੇਰੇ ਉਹੀ ਠੀਕ ਹੈ। ਕੀ ਬਣਾਇਆ ਅੱਜ, ਖਾਣਾ ਬਣਾਇਆ ਸਾਰਾ, ਰੋਟੀ ਨਹੀਂ ਤੁਸੀਂ ਨਾਲ ਕੱਪੜੇ ਵੀ ਚੱਲੋਗੇ ਧੋਤੇ? ਹਾਂ ਮੈਂ ਨਾਲ ਭੇਜੂ ਕਿਸੇ ਨੂੰ, ਕੋਈ ਮੈਂਬਰ ਜਾਊਗਾ ਆਪਣਾ ਨਾਲ, ਕਿਸੇ ਨੂੰ ਭੇਜੂਗਾ। ਤੁਸੀਂ ਨਹੀਂ ਜਾਓਗੇ ਮੈਂ ਨਹੀਂ ਜਾਊਂ, ਜੇ ਮੈਂ ਚੱਲ ਪੜੂੰਗਾ, ਜੇ ਕਹੋਗੇ ਤਾਂ ਮੈਂ ਵੀ ਚੱਲ ਪੜੂੰਗਾ, ਮੈਂ ਚੱਲ ਪੜੂੰਗਾ, ਠੀਕ ਆ। ਆ ਬੇਬੇ ਨੂੰ ਵੀ ਅਸੀਂ ਕਿਹਾ ਹੋਇਆ ਜਾਣ ਨੂੰ, ਉੱਥੇ ਵੀ ਨਹੀਂ ਜਾ ਹੋਇਆ। ਆ ਦੀਵਾਲੀ ਤੋਂ ਬਾਅਦ ਚੱਲਾਂਗੇ, ਠੀਕ ਆ। ਹੋਰ ਭਾਈ ਜੋਗਿੰਦਰ ਕੋਲੇ ਤੱਕਣੀ ਹੈ, ਜੋਗਿੰਦਰ ਕੋਲ ਨੂੰ ਤਾਂ ਵਿਆਹ ਆ ਗਿਆ, ਭਾਈ ਕਹਿੰਦੀ ਇੱਕ ਹੋਰ ਆ ਗਿਆ ਵਿਆਹ, ਹੋਰ ਲੈ ਪੜ੍ਹਾਈ ਹੈ ਬੇਬੇ ਤੇਰੀ। ਹੋਰ ਭਾਈ ਸਾਕਸ਼ੀ ਦੀ ਮੰਮੀ ਕੁਸਮ ਠੀਕ ਹੈ? ਸਾਕਸ਼ੀ ਪੜ੍ਹਾਈ ਕੀਤੀ ਅੱਜ, ਹੋਮਵਰਕ ਕੀਤਾ ਆ ਕੇ ਸਾਰਾ? ਕਿਹਨੇ ਕਰਾਇਆ ਸੀ? ਚੈੱਕ ਕਰਾਇਆ ਸੀ? ਚੈੱਕ ਕਰਾਇਆ ਸੀ ਨਾ? ਹਾਂ, ਫਿਰ ਉਸ ਤੋਂ ਬਾਅਦ ਜਿਹੜੀਆਂ ਗਲਤੀਆਂ ਠੀਕ ਕਰਨ ਤੋਂ ਬਾਅਦ ਫਿਰ ਦੁਬਾਰਾ ਕੀਤਾ ਸੀ, ਹੈ ਨਾ? ਹਾਂ, ਹੋਮਵਰਕ ਪੁੱਤ ਕਰਿਆ ਕਰ, ਅੱਛਾ ਪੜ੍ਹਾਈ ਕਰਨੀ ਹੈ ਮੇਰੇ ਪੁੱਤ ਨੇ, ਠੀਕ ਆ? ਨਹੀਂ ਤਾਂ ਬੜਾ ਨਤਾਸ਼ਾ ਇਹਨੂੰ ਪੜ੍ਹਾ ਲਿਆ ਕਰ, ਸਾਕਸ਼ੀ ਨੂੰ ਪੜ੍ਹਾ ਲਿਆ ਕਰੇਗੀ ਸਾਕਸ਼ੀ ਨੂੰ, ਠੀਕ ਹੈ? ਠੀਕ ਹੋ ਜਾ ਛੇਤੀ ਛੇਤੀ। ਤੂੰ ਤੇ ਜਗਦੀਪ ਨੇ ਸਾਡੇ ਬੱਚੇ ਜਿੰਨੇ ਵੀ ਸਕੂਲੇ ਪੜ੍ਹਦੇ ਸਾਰਿਆਂ ਨੂੰ ਪੜ੍ਹਾਇਆ ਕਰਨਾ, ਪੱਕਾ ਪ੍ਰੋਮਿਸ? ਸਤਿ ਸ਼੍ਰੀ ਅਕਾਲ ਮਾਤਾ। ਤਾਂ ਪਹਿਲੇ ਤੁਹਾਨੂੰ ਵਧਾਈਆਂ ਦੇਣੀਆਂ ਧੰਨਵਾਦ ਧੰਨਵਾਦ। ਗਏ ਜਾਏ ਤੁਸੀਂ? ਨਹੀਂ ਚਾਬੀਆਂ ਤਾਂ ਉਦੋਂ ਮੈਂ ਕਿਹਾ ਸੀ ਨੋਟ ਕਰਦੀਆਂ ਚਾਬੀਆਂ, ਨਹੀਂ ਚਾਬੀ ਆਪਣਾ ਸਾਰਾ ਸਮਾਨ ਫੜਾਤਾ ਸੀਗਾ ਜੀ ਮਾਤਾ ਨੂੰ। ਚਾਬੀ ਇਹਨਾਂ ਕੋਲ ਹੀ ਹੈ ਨਾ, ਤੁਹਾਡੇ ਕੋਲ ਹੀ ਚਾਬੀ ਉਹਦੇ ਵਿੱਚ ਜਿਹੜਾ ਉਹ ਤਰੀ ਨਾ ਮੈਂ ਸਮਾਨ ਤੁਹਾਨੂੰ ਉਹਦੇ ਚਾਬੀ ਚੈੱਕ ਕਰ ਲਈਏ ਤੁਸੀਂ? ਹਾਂ ਕੋਈ ਨਾ ਮੈਂ ਦਿਖਾ ਦਾਂ ਨਹੀਂ, ਜਿਹੜਾ ਤੁਸੀਂ ਮੈਂ ਸਮਾਨ ਦਿੱਤਾ ਸੀਗਾ ਉਹਨੂੰ, ਜਿਹੜਾ ਆਪਣਾ ਹਾਂ ਜਿਹੜਾ ਕੁੱਕਰ ਸੀ ਜਾਂ ਹੋਰ, ਉਹਦੇ ਵਿੱਚ ਚਾਬੀਆਂ ਵੀ ਸੀਗੀਆਂ ਘਰ ਦੀਆਂ, ਮੈਂ ਕਹਿੰਦਾ ਦੇਖੀਆਂ ਤੁਸੀਂ? ਠੀਕ ਹੈ, ਮੈਂ ਦੇਖ ਦਿੰਦਾ ਫੋਨ। ਅੱਛਾ ਜਿਹੜਾ ਸੈਕਟਰੀ ਸੀ ਨਾ ਸਾਡਾ, ਜਿੱਥੇ ਸਾਡੇ ਬਣੇ ਸੀ, ਉਹ ਤਾਂ ਸਾਰੀ ਦੁਨੀਆ ਦੇ ਨੂੰ ਸਾਡੇ ਪਤਾ ਨਹੀਂ ਆਇਆ, ਉੱਥੇ ਵੀ ਖਰਾਬ ਨਹੀਂ ਜਦੋਂ ਜਾਂਦੇ ਸੀ, ਜੇ ਕੋਈ ਪਾਣਾ ਨਹੀਂ ਸੀ ਬਾਹਰ ਸਾਫ ਆ ਗਏ ਸੀ, ਮੈਂ ਆ ਕੇ ਬਾਹਰ ਵਿੱਚ ਚਲਾ ਕੇ ਕਰਨਾ ਹੈ, ਉਹ ਤੋਂ ਗੁੰਨੀ ਆਇਆ ਤਾਂ ਸਾਰਾ ਚੀਜ਼ ਦਾ ਤਾਂ ਸਾਰਾ ਵੀ ਵਿੱਚ ਕਰਕੇ ਖਰਾਬ ਹੋ ਗਿਆ। ਇਹ ਤਾਂ ਦੁਬਾਰਾ ਵੀ ਨਿਕਲੇਗਾ, ਕਿੰਨੇ ਨਿਕਲੂਗਾ ਵੀ? ਠੀਕ ਹੈ, ਨੰਬਰ ਹੈਗਾ ਹਾਂ ਫਿਰ ਨਿਕਲੇਗਾ ਦੁਬਾਰਾ, ਸਰਟੀਫਿਕੇਟ ਦੁਬਾਰਾ ਕਢਾ ਦਾਂਗੇ। ਉਹਦੇ ਮੰਮੀ ਡੈਡੀ ਆਏ ਸੀ ਇੱਕ ਦਿਨ, ਲਾਉਂਦੇ ਸੀ ਬਹੁਤ ਅੰਦਰ ਦੇ ਬਾਹਰ, ਮਤਲਬ ਪੜ੍ਹਾਈ में कभी नहीं बनी हुआ सी, तो ऊपर तक सुनान नहीं सी, तो मैं क्या समझ गई ਕੀ ਕਰੀਏ ਉਹਨੂੰ ਵਿਚਾਰੀ ਦੀ ਮਦਦ ਕਰੀਏ, ਕੀ ਕਰੀਏ, ਮਦਦ ਰੋਂਦੀ ਰਹਿੰਦੀ ਹੈ। ਹਾਂ और गल है सारे कोई तो आता रिश्ते ਕੋਈ ਗੱਲ ਨਹੀਂ, ਆਪਾਂ ਹੁਣ ਕੀ ਕਰਦੇ ਹਾਂ। ਚਲੋ ਕੋਈ ਨਾ, ਵਾਹਿਗੁਰੂ ਮਿਹਰ ਕਰ। मैं जावा कर दूँ ਮੈਂ ਤੁਹਾਨੂੰ ਭੇਜਦਾ ਜੀ, ਮੈਂ ਹੁਣੇ ਗੱਲ ਕਰਦਾ ਬਾਲ ਨਾਲ ਡਿਊਟੀ ਲਾਉਣਾ ਕੋਈ ਮੈਂ ਲਾਉਂ, ਮੈਂ ਭੁੱਲ ਜਾਂਦਾ ਬੇਬੇ, ਮੈਂ ਕਿਉਂ ਨਹੀਂ ਮਾਰਦਾ, ਮੈਂ ਭੁੱਲ ਗਿਆ, ਮੈਂ ਕਰਦਾ ਹਾਂ। काका तो छोटा ਹਾਂ ਆਊਗਾ ਨਾਲ। ਹਾਂ ਗੁੜੀਆ ਤੂੰ ਠੀਕ ਆ? ਹੁਣ ਗੁੜੀਆ ਸਾਡੀ ਇਹ ਉਹੀ ਗੁੜੀਆ ਜਿਹੜੀ ਕੁੱਟਣ ਮਾਰਨ ਪੈਂਦੀ ਸੀ ਸਾਨੂੰ ਮੁੰਡੇ ਦਾ, ਸਾਡੀ ਗੁੜੀਆ ਕੰਮ ਕਰਾਉਂਦੀ ਆ ਨਾਲ, ਸਾਰੇ ਸਫਾਈ ਕਰਾਉਣੀ, ਕੱਪੜਿਆਂ ਦੀ ਸੇਵਾ ਸਾਰੀ ਨਾਲ ਕਰਾਉਂਦੀ ਆ। ਇੱਧਰ ਸਾਡੀ ਗੁੱਡੀ ਗੁੱਡੀ ਤਕੜੀ ਆ ਭਾਈ, ਮੁੰਦਕੀ ਵਾਲੀ ਗੁੱਡੀ ਪਈ ਆ ਸਾਡੀ, ਤੇ ਇੱਧਰ ਸਾਡੀ ਪਈ ਹੈ ਗਗਨ। ਗਗਨ ਸਾਡੀ ਮਲੂਕੇ ਪਿੰਡ ਤੋਂ 15 ਸਾਲ ਤੋਂ ਇਸ ਭੈਣ ਨੂੰ ਬੰਨਿਆ ਹੋਇਆ ਸੀ ਘਰ ਦੇ ਵਿੱਚ ਸਿੰਗਲ ਦੇ ਨਾਲ, ਤੇ ਨਾ ਧਨ ਤੇ ਕੱਪੜਾ ਪਾਉਣ ਨੂੰ ਮਿਲਦਾ ਸੀ, ਬਹੁਤ ਮਾੜੇ ਹਾਲਾਤ ਦੇ ਵਿੱਚ। ਸਾਡੀ ਬੇਬੇ ਸ਼ਿਮਲਾ ਦੇਵੀ, ਸ਼ਿਮਲਾ ਤਕੜੀ ਆ ਭਾਈ, ਸ਼ਿਮਲਾ ਬੇਬੇ ਸਾਡੀ ਹੁਣ ਠੀਕ ਆ ਤਾਂ। ਹਾਂ ਭਾਈ ਸਲਾਮ ਵਾਲੇਕਮ ਰਿਹਾਨਾ, ਠੀਕ ਹੈ ਰਿਹਾਨਾ ਦੀਦੀ, ਠੀਕ ਹੈ ਤੂੰ? ਠੀਕ ਹੈ ਹਾਂ ਭਾਈ, ਲਾ ਲਓ ਹੁਣ ਤੂੰ ਵੀ ਲਾ ਲਓ, ਲਾ ਲਓ ਆ ਗਈ, ਲਾ ਲਓ ਆ ਗਈ, ਲਾ ਲਓ ਲਾ ਲਓ ਆ ਗਈ, ਤਕੜੀ ਹੈ। ਦੀਦੀ ਕਿੱਥੇ? ਕਿੱਥੇ ਦੀਦੀ? ਦੀਦੀ ਕਿੱਥੇ? ਦੀਦੀ ਕਿੱਥੇ?
ਦੀਦੀ ਕਿੱਥੇ ਆ ਇਹਨਾਂ ਲੋ ਦੀਦੀ ਕਿੱਥੇ ਆ ਦੀਦੀ ਕਿੱਥੇ ਰੋਟੀ ਖਾਦੀ ਲਾਲਾ ਨੇ ਪਤਾ ਨਹੀਂ ਇਹਨਾਂ ਭੈਣਾਂ ਦੇ ਨਾਲ ਕਿਹੜੇ ਜਾਮਾਂ ਦਾ ਸਾਡਾ ਕੋਈ ਸੰਬੰਧ ਸੀਗਾ। ਇਹ ਪਹਿਲੀ ਮੈਂਬਰ ਆ ਸਾਡੇ ਘਰ ਦੇ ਵਿੱਚ ਰਚਨਾ ਤੇ ਇਹਦਾ ਭਰਾ ਵਿੱਕੀ, ਦੋਨਾਂ ਨੂੰ ਲੈ ਕੇ ਜਨਮ ਤੋਂ ਹੀ ਬੱਚੇ ਦੋਨੇ ਮੰਦਬੁੱਧੀ ਆ। 2.5 ਸਾਲ ਦੇ 3 ਸਾਲ ਦੇ ਬੱਚੇ ਜਿੰਨਾ ਹੀ ਦਿਮਾਗ ਹੈ ਇਹਨਾਂ ਦਾ ਬਸ। ਤੇ ਦੋਨੇ ਘਰ ਦੇ ਵਿੱਚ ਬੈਠੇ ਆਪਣੀ ਟਾਇਲਟ ਕਰਕੇ ਇਦਾਂ ਹੀ ਆਪ ਹੀ ਆਪਣਾ ਮਰਨ ਉੱਪਰ ਖਾਈ ਤੇ ਅੱਜ ਦੋਨੋਂ ਭੈਣ ਭਰਾ ਸਾਡੇ ਕੋਲ ਰਹਿੰਦੇ ਨੇ, ਵਧੀਆ ਜ਼ਿੰਦਗੀ ਬਤੀਤ ਕਰਦੇ ਨੇ। ਵਾਹਿਗੁਰੂ ਦੀ ਮਿਹਰ ਆ, ਸੱਚੇ ਪਾਤਸ਼ਾਹ ਦੀ ਕਿਰਪਾ। ਬੇਬੇ ਦੇ ਜੋ ਠੀਕ ਆ ਬੇਬੇ, ਹਜੇ ਜਾਣ ਬਾਰੇ ਨਹੀਂ ਸੋਚਣਾ, ਠੀਕ ਆ? ਰਾਜੇ ਵਿਆਹ ਹੋਇਆ ਉਹ ਕੋਈ ਨਾ, ਮੈਂ ਆਪੇ ਗੱਲ ਕਰ ਲੂ ਜਮਰਾਜ ਨਾਲ, ਠੀਕ ਆ? ਜਦੋਂ ਜਮਦੂਤ ਆਉਣਗੇ ਨਾ ਮੈਨੂੰ ਦੱਸ ਦੀ ਬਸ। ਜੋ ਦੂਧ ਕਿਸੇ ਵਿਆਹ ਵੇਖੇ ਕਿਵੇਂ ਜਵਾਬ ਪੱਕੜ ਚਲਾਏ ਕਿਸੇ ਨਾ ਦੇ ਨੂੰ ਭੇਜ ਚਲੋ ਠੀਕ ਆ ਜੀ, ਬਸ ਇੰਨੀਆਂ ਕੁ ਸਾਡੀਆਂ ਆ ਗਿਆ ਮੈਂ 1 ਮਿੰਟ ਚ ਹੀ ਆਉਣਾ। ਇੱਕ ਮਿੰਟ ਇੱਥੇ ਖੜਦਾ ਮੈਂ, ਇੱਥੇ ਖੜ ਕੇ ਬਸ ਇੰਨੀਆਂ ਕਿ ਸਾਡੀਆਂ ਬੇਨਤੀਆਂ ਜੀ। ਹੁਣ ਬਜ਼ੁਰਗ ਸਾਡੇ ਸੈਰ ਕਰਨ ਲੱਗ ਗਏ ਨੇ ਪ੍ਰਸ਼ਾਦਾ ਛਕ ਕੇ, ਤੇ ਤੁਹਾਨੂੰ ਇਹ ਦਿਖਾ ਕੇ ਵੀਡੀਓ ਨੂੰ ਅਸੀਂ ਸਮਾਪਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।